ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰਾਂ ਦੀ ਅੰਮ੍ਰਿਤਮਈ ਗੁਰੂ ਬਾਣੀ ਪੜ੍ਹਦੇ ਸੁਣਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦਾ ਆਨੰਦ ਮਾਣਦੇ ਹੋਏ ਆ ਰਹੇ ਹਨ। ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਤਰੁੱਠ ਕਰਕੇ ਜੀਵਾਂ ਦੇ ਉੱਪਰ ਜੀਵਾਂ ਨੂੰ ਪਾਵਨ ਪਵਿੱਤਰ ਧੁਰ ਦਰਗਾਹੀ ਬਚਨਾਂ ਦੇ ਦੁਆਰਾ ਆਤਮਕ ਆਨੰਦ, ਆਤਮਕ ਹਲਾਰਾ, ਅੰਦਰ ਦਾ ਖੜਾਵ, ਬਾਹਰ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਇਹ ਬਖਸ਼ਿਸ਼ਾਂ ਪਏ ਕਰਦੇ ਨੇ। ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਧੁਰਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਭੱਟਾਂ ਦੇ ਸਵਈਆਂ ਦੀ ਵਿਚਾਰ ਚਲਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1402 ਅੰਗ ਤੋਂ ਇਹ ਵਿਚਾਰ ਅੱਜ ਆਰੰਭ ਹੁੰਦੀ ਹੈ। ਭੱਟ ਸਾਹਿਬਾਨ ਬੜੇ ਪ੍ਰੇਮ ਦੇ ਨਾਲ ਸਾਹਿਬ ਦੀ ਉਸਤਤੀ ਕਰਦਿਆਂ, ਗਾਇਨ ਕਰਦਿਆਂ ਉਸ ਮਾਲਕ ਦੇ ਗੁਣ ਗਾਇਨ ਕਰਦੇ ਨੇ। ਮਾਲਕ ਨੂੰ ਰਜ਼ਾਇਆ ਕਿਵੇਂ ਜਾਵੇ, ਇਹ ਜਿਹੜਾ ਭਿਆਨਕ ਸੰਸਾਰ ਸਮੁੰਦਰ ਏ, ਇਹਦੇ ਵਿੱਚੋਂ ਤਰਿਆ ਕਿਵੇਂ ਜਾਵੇ, ਪਾਰ ਕਿਵੇਂ ਉਤਰਿਆ ਜਾਵੇ, ਇਹ ਜਿਹੜੀ ਅੰਦਰ ਦੀ ਉਲਝੀ ਹੋਈ ਤਾਣੀ ਆ, ਇਹਨੂੰ ਜਿਹੜਾ ਆ ਸਿੱਧੀ ਕਿਵੇਂ ਕੀਤਾ ਜਾਵੇ, ਉਸ ਨੂੰ ਕੁੰਡਲਨੀ ਕਰਕੇ ਵੀ ਕਿਹਾ ਗਿਆ। ਔਰ ਜਿਹੜੀ ਇੱਕ ਗੋਲਾਕਾਰ ਅੰਦਰ ਕੁੰਡਲ ਦੇ ਰੂਪ ਅੰਦਰ ਏ, ਉਹਨੂੰ ਸੁਲਝਾਉਣ ਵਾਸਤੇ ਜੋਗੀਆਂ ਸਿੱਧਾਂ ਨੇ ਆਪਣੇ ਢੰਗ ਅਪਣਾਏ ਤੇ ਜਿਹੜੇ ਰੱਬ ਦੇ ਪਿਆਰੇ ਭਗਤ ਸਨ, ਉਹਨਾਂ ਆਪਣੇ ਢੰਗ ਅਪਣਾਏ। ਗੁਰੂ ਨੇ ਜੋ ਦਰਸਾਏ, ਮੁੱਖ ਦੀ ਗੱਲ ਅੰਦਰ ਦੀ ਉਲਝੀ ਵਿਚਾਰ ਧਾਰਾ ਨੂੰ ਸੁਲਝਾਉਣ ਵਾਸਤੇ ਹੀ ਸਾਰਾ ਕੁਝ ਕੀਤਾ। ਜੋਗੀਆਂ ਨੇ ਆਪਣੇ ਮਨ ਜਿਹੜਾ ਸੀ, ਮਨ ਦੇ ਫਿਰਕੇ ਦੇ ਮੁਤਲਕ ਅੰਦਰ ਦੇ ਭਾਵਨਾਵਾਂ ਨੂੰ ਔਰ ਫੋੜ ਕੇ ਬ੍ਰਹਮ ਵਿੱਚ ਦਸਮ ਦਵਾਰ ਦੁਆਰਾ, ਔਰ ਜਿਹੜਾ ਜਿਹਨੂੰ ਮਹਾਰਾਜ ਨੇ ਕਿਹਾ ਸੀ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਜੋਗੀਆਂ ਨੇ ਆਪਣੇ ਯੋਗ ਸਾਧਨਾ ਨਾਲ ਉਹਨੂੰ ਭਾਲਣ ਦਾ ਯਤਨ ਕੀਤਾ। ਜਿਹੜੇ ਦੁਆਰ ਦੇ ਦੁਆਰਾ ਬ੍ਰਹਮ ਦੇ ਵਿੱਚ ਭੇਦ ਹੋਇਆ ਜਾਣਾ, ਜਿਹੜਾ ਦਰ ਖੁੱਲਣ ਦੇ ਨਾਲ ਪਰਮਾਤਮਾ ਦਾ ਦੀਦਾਰ ਹੋਣਾ ਹੈ। ਭਗਤਾਂ ਨੇ ਆਪਣੀ ਸੁਰਤ ਨੂੰ ਸਤ ਸੰਗਤ ਵਿੱਚ ਜੋੜ ਕਰਕੇ ਗੁਰੂ ਦੇ ਮੁਖ ਤੋਂ ਬਚਨਾਂ ਨੂੰ ਸੁਣ ਕੇ, ਗੁਰੂ ਦੇ ਮਾਰਗ ਤੇ ਚੱਲ ਕੇ ਉਲਝੀ ਹੋਈ ਵਿਚਾਰ ਧਾਰਾ ਨੂੰ ਸੁਲਝਾਇਆ ਤੇ ਅੰਦਰ ਨੂੰ ਉਸ ਮਾਲਕ ਨਾਲ ਮਿਲਾਇਆ। ਉਹ ਦਰ ਖੁੱਲ ਗਿਆ, ਜਿਹਨੂੰ ਜੋਗੀ ਬਹੁਤ ਯਤਨਾਂ ਦੇ ਨਾਲ ਖੋਲ੍ਹਣ ਦਾ ਯਤਨ ਕਰਦੇ ਨੇ। ਕਠਿਨ ਤਪੱਸਿਆਵਾਂ, ਕਠਿਨ ਸਾਧਨਾਵਾਂ ਦੇ ਸਹਿਤ
ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਹਾਇਆ। ਤੇ ਖੁੱਲਿਆ ਕਵੇਂ ਇੱਕ ਨਾ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਨੂੰ ਭਾਵਨਾ ਪ੍ਰੇਮ ਗੁਰੂ ਦੇ ਦਰ ਨਾਲ, ਗੁਰੂ ਤੋਂ ਨਾਮ ਲੈ ਕੇ ਅੰਦਰ ਪ੍ਰੇਮ ਜਾਗਿਆ ਗੁਰੂ ਦੇ ਦੁਆਰਾ, ਗੁਰੂ ਦੇ ਕਾਰਨ ਹਿਰਦੇ ਵਿੱਚ ਪ੍ਰੇਮ ਉਤਪੰਨ ਹੋਇਆ। ਇੱਕ ਨਾ ਗੁਰਦੁਆਰੇ ਲਾਈ ਭਾਵਨੀ, ਔਰ ਉਹਨਾਂ ਨੂੰ ਭਾਵਨੀ ਲਾ ਦਿੱਤੀ। ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੂੰ ਫਿਰ ਉਹ 10ਵਾਂ ਦੁਆਰ ਜਿਹੜਾ ਹੈ ਉਹ ਖੁੱਲ੍ਹਿਆ, ਤੇ ਉਸ ਦੁਆਰ ਦੇ ਖੁੱਲ੍ਹਣ ਨਾਲ ਨਿਰੰਕਾਰ ਦੇ ਉਹਨਾਂ ਨੇ ਦੀਦਾਰ ਕਰ ਲਏ। ਮਹਾਰਾਜ ਸਾਹਿਬ ਕਹਿੰਦੇ ਉਹ ਹੋਣੇ ਕਿਵੇਂ ਸੀ? ਸੱਚੀ ਸਰਕਾਰ ਨੇ ਇਹ ਵੀ ਸਮਝਾਇਆ ਬਈ ਮਨ ਕਰਕੇ, ਬਚਨਾ ਕਰਕੇ, ਸਰੀਰ ਕਰਕੇ ਗੁਰੂ ਦੇ ਮਾਰਗ ਤੇ ਚੱਲੇ, ਬਚਨ ਕਾ ਬਲੀ ਹੋਵੇਂ, ਕਰਮਾਂ ਦਾ ਕਰਕੇ ਮਾੜਾ ਨਾ ਹੋਵੇਂ, ਔਰ ਜਿਹੜਾ ਮਨ ਖਿਆਲਾਤ ਪ੍ਰਭੂ ਵਾਲੇ ਉਤਪੰਨ ਪਿਆ ਕਰਦਾ ਹੋਵੇ। ਮਹਾਰਾਜ ਕਹਿੰਦੇ ਐਉਂ ਸੱਚੇ ਨੂੰ ਸਿਮਰੀ। ਭੱਟ ਸਾਹਿਬਾਨ ਨੇ ਕਿਹਾ। ਹੁਣ ਭੱਟ ਸਾਹਿਬਾਨ ਉਸ ਅਕਾਲ ਪੁਰਖ ਵਾਹਿਗੁਰੂ ਦੇ ਜੋ ਉਹ ਦਾਤੇ ਨੇ ਸਾਨੂੰ ਜਾਪ ਦਿੱਤਾ ਨਾ, ਤੇ ਸਾਡੇ ਔਰ ਪ੍ਰਥਾ ਦੇ ਅੰਦਰ, ਮਰਜ਼ਾਦਾ ਦੇ ਅੰਦਰ ਵੀ ਇਹ ਜਦ ਪਿਆਰੀ ਸਾਹਿਬਾਨ ਸਾਨੂੰ ਖੰਡੇ ਬਾਟੇ ਦੀ ਪਾਹੁਲ ਦਿੰਦੇ ਨੇ, ਉਸ ਵਕਤ 2 ਮੰਤਰਾਂ ਦਾ ਸਾਨੂੰ ਜਾਪ ਦੱਸਦੇ ਨੇ। ਇੱਕ ਇਹ ਮੂਲ ਮੰਤਰ, ਇੱਕ ਇਹ ਗੁਰ ਮੰਤਰ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਔਰ ਉਹਨੂੰ ਜਪੇਗਾ ਤੇ ਹਉਮੈ ਦਾ ਨਸ਼ਟ ਹੋ ਜਾਵੇਗਾ, ਹਉਮੈ ਖਤਮ ਹੋ ਜਾਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦੋਵੇਂ ਹੀ ਗੁਰੂ ਰੂਪ ਨੇ, ਮੂਲ ਮੰਤਰ ਵੀ ਹੈ ਤੇ ਵਾਹਿਗੁਰੂ ਮੰਤਰ ਵੀ ਹੈ। ਭੱਟ ਸਾਹਿਬਾਨਾਂ ਨੇ ਉਚਾਰਨ ਕਰਕੇ ਉਪਮਾ ਅੰਦਰ ਉਹ ਲਿਖਿਆ ਹੋਇਆ ਹੈ। ਉਹਨੂੰ ਜਪਣ ਨਾਲ ਅੰਦਰ ਦੀ ਹਉਮੈ ਵਿਨਾਸ਼ ਹੋ ਜਾਵੇਗੀ, ਨਸ਼ਟ ਹੋ ਜਾਵੇਗੀ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਿੱਤਾ ਹੈ, ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸੰਸਾਰ ਦੇ ਜੀਵਾਂ ਨੂੰ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਹੈ ਨਾ। ਭੱਟ ਸਾਹਿਬ ਕਹਿੰਦੇ ਵਾਹਿਗੁਰੂ 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 ਵਾਹਿ ਜੀਓ। ਕਹਿਣ ਲੱਗੇ ਹੇ ਪ੍ਰਮਾਤਮਾ, ਤੂੰ ਐਸਾ ਸਰੂਪ ਹੈ, ਮਹਾਰਾਜ ਦਿਆਲੂ ਕਿਰਪਾਲੂ, ਮਨ ਬਾਣੀ ਸਰੀਰ ਕਰਕੇ ਮਹਾਰਾਜ ਜਿਹੜਾ ਤੇਰੇ ਮੰਤਰ ਨੂੰ ਜਪਦਾ ਹੈ ਨਾ ਉਹ ਸਫਲਾ ਹੋ ਜਾਂਦਾ ਹੈ। ਔਰ ਇਹਨੂੰ ਜਪ ਗੁਰੂ ਨਾਨਕ ਦੇਵ ਮਹਾਰਾਜ ਧੰਤਾ ਦੇ ਜੋਗ ਨੇ, ਜਿਨ੍ਹਾਂ ਨੇ ਮੰਤਰ ਧੁਰ ਦਰਗਾਹੋਂ ਲਿਆਂਦਾ ਵੀ ਏ ਤੇ ਸੰਸਾਰ ਨੂੰ ਬਖਸ਼ਿਸ਼ ਵੀ ਕੀਤਾ ਹੈ, ਜਪਿਆ ਵੀ ਏ ਤੇ ਜਪਾਇਆ ਵੀ ਏ। ਧੰਨ ਹਨ, ਧੰਤਾ ਦੇ ਜੋਗ ਹਨ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਇਹ ਬਖਸ਼ਿਸ਼ ਪ੍ਰਾਪਤ ਕੀਤੀ ਹੈ ਤੇ ਆਪ ਵੀ ਜਪਿਆ ਤੇ ਦੂਜਿਆਂ ਨੂੰ ਵੀ ਜਪਾਇਆ। ਸਾਹਿਬ ਨੇ ਬਾਣੀ ਅੰਦਰ ਬਚਨ ਕਹੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਆਪ ਜਪਦਾ ਹੈ ਤੇ ਦੂਜਿਆਂ ਨੂੰ ਜਪਾਉਂਦਾ ਹੈ। ਧੰਤਾ ਦੇ ਜੋਗ ਨੇ ਧੰਨ ਗੁਰੂ ਅਮਰਦਾਸ ਸਤਿਗੁਰੂ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕਰਕੇ ਉਹ ਦਾਤ, ਉਹ ਜਾਪ, ਉਹ ਬਖਸ਼ਿਸ਼ ਪ੍ਰਾਪਤ ਕੀਤੀ, ਆਪ ਉਹਨੂੰ ਕਮਾਇਆ ਤੇ ਕਮਾ ਕੇ ਫਿਰ ਸੰਸਾਰ ਦੇ ਭਲਾ ਕੁਨ ਬਚਨ ਸਨ ਜੋ ਭਲੇ ਵਾਸਤੇ ਉਹ ਸੰਸਾਰ ਨੂੰ ਬਖਸ਼ਿਸ਼ ਕੀਤੇ, ਜਪਾਇਆ, ਬਖਸ਼ਿਆ। ਮਹਾਰਾਜ ਸਾਹਿਬ ਕਹਿੰਦੇ ਵਾਹਿਗੁਰੂ ਜਿਹੜਾ ਹੈ ਨਾ ਉਸ ਨੂੰ ਜਪ, ਉਹ ਧੁਰ ਦਰਗਾਹ ਦਾ ਮੰਤਰ ਏ, ਜਪ ਅਕਾਲ ਨਾਲ ਮਿਲਾਉਣ ਵਾਲਾ ਏ।
ਤੇ ਵਿਦਵਾਨ ਉਹਦੇ ਅਰਥ ਐਉਂ ਵੀ ਕਰਦੇ ਨੇ। ਵਾਹਿਗੁਰੂ ਦੇ ਕਹਿੰਦੇ ਵਾਹ, ਬੱਵੇ ਕੰਨਾ ਜਿਹੜਾ ਵਾਹ, ਤੇ ਵਾਹ ਦਾ ਅਰਥ ਵਿਦਵਾਨ ਮਹਾਂਪੁਰਸ਼ ਕਰਿਆ ਕਰਦੇ ਸਨ ਕਿ ਵਿਆਪਕ ਰੂਪ ਹੈ। ਜਿਹੜਾ ਵਾਹਿਗੁਰੂ ਹੈ ਨਾ, ਔਰ ਉਹ ਵਿਆਪਕ ਰੂਪ ਹੈ ਸਾਰੀਆਂ ਜਗ੍ਹਾ ਤੇ ਹੇ ਦਾ ਅਰਥ ਹੈ ਪ੍ਰਗਟ, ਸਾਰੇ ਸਗਲੇ ਜੁਗ ਅੰਤਰ ਪ੍ਰਗਟ ਭਈ ਗੁਰ ਨਾਨਕ ਕੀ ਵਡਿਆਈ। ਉਹ ਉਹਦੀ ਵਡਿਆਈ ਪ੍ਰਗਟ ਸਰੂਪ ਹੈ। ਤੇ ਗੋ ਦਾ ਅਰਥ ਵਿਦਵਾਨ ਮਹਾਂਪੁਰਸ਼ ਭੂਮਾ ਰੂਪ ਵੀ ਕਰਦੇ ਨੇ। ਜਿਹੜਾ ਧਰਤੀ ਨੂੰ ਸਾਰੀ ਨੂੰ ਪ੍ਰਕਾਸ਼ਣ ਵਾਲਾ, ਧਰਤੀ ਦਾ ਧੁਰਾ ਰੂਪ, ਧਰਤੀ ਦਾ ਆਸਰਾ ਰੂਪ। ਔਰ ਰੂ ਦਾ ਅਰਥ ਹੈ ਚੇਤਨ ਬ੍ਰਹਮ, ਜਿਹੜਾ ਸਰਬ ਵਿਆਪਕ ਤੇ ਸਾਰਿਆਂ ਨੂੰ ਔਰ ਚਾਨਣ ਬਖਸ਼ਦਾ ਹੈ, ਸਾਰਿਆਂ ਦੀਆਂ ਰੂਹਾਂ ਅੰਦਰ ਪ੍ਰਕਾਸ਼ ਕਰਦਾ ਹੈ। ਔਰ ਜਿਹਦਾ ਸਾਰਿਆਂ ਦੇ ਹਿਰਦਿਆਂ ਵਿੱਚ ਪ੍ਰਕਾਸ਼ ਹੁੰਦਾ ਹੈ ਨਾ, ਸਾਰਿਆਂ ਤੇ ਰਹਿਮਤ ਬਰਸਾਉਂਦਾ, ਉਹਨੂੰ ਕਹੀਏ ਵਾਹਿਗੁਰੂ। ਔਰ ਉਹ ਵਾਹਿਗੁਰੂ ਹੈ। ਇਹਦਾ ਅਰਥ ਵਿਦਵਾਨ ਮਹਾਂਪੁਰਸ਼ ਐਉਂ ਵੀ ਕਰਿਆ ਕਰਦੇ ਸਨ ਕਿ ਵਾਹ ਮੈਨਿਆ ਵਿਰਾਟ ਸਰੂਪ। ਤੇ ਜਦੋਂ ਉਹਨਾਂ ਪੜ੍ਹਦਿਆਂ ਨੇ ਪੜ੍ਹਾਉਣਾ ਤੇ ਉਹਨਾਂ ਕਹਿਣਾ ਹੇ ਦਾ ਮੈਨਾ ਹਿਰਨ ਗਰਭ, ਤੇ ਗੋ ਦਾ ਮੈਨਾ ਗੁਪਤ, ਜਿਹੜਾ ਦਿਖਾਈ ਨਹੀਂ ਦਿੰਦਾ, ਹੈ ਗੁਪਤ, ਹੈ ਪ੍ਰਗਟ। ਔਰ ਅਭਿਆਕ੍ਰਿਤ ਆਦ ਨੂੰ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ। ਔਰ ਰੂ ਕਹੀਓ ਚੇਤਨ ਬ੍ਰਹਮੇ, ਉਹ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਚੇਤਨ ਬ੍ਰਹਮੇ। ਵਾਹੇ ਕਹੀਓ ਆਚਰਦ ਸਰੂਪੇ, ਵਾਹੇ ਕਹੀਏ ਉਹ ਆਚਰਦ ਸਰੂਪੇ। ਤੇ ਔਰ ਗੋ ਮੈਂ ਨਾ ਕਹੀਏ ਜੀਵਾਂ ਦੇ ਹਿਰਦਿਆਂ ਅੰਦਰ ਅਗਿਆਨਤਾ ਦਾ ਹਨੇਰਾ। ਤੇ ਰੂਹ ਕਹੀਏ ਜਦੋਂ ਕੋਈ ਕਹਿੰਦਾ ਹੈ ਨਾ ਵਾਹਿਗੁਰੂ, ਭਾਵਨਾ ਨਾਲ ਜਪਦਾ ਹੈ, ਉਹਦੇ ਹਿਰਦੇ ਦਾ ਦੀਪਕ ਜਲਣ ਲੱਗ ਜਾਂਦਾ ਹੈ, ਉਹਦੇ ਅੰਦਰ ਚਾਨਣਾ ਹੋ ਜਾਂਦਾ ਹੈ। ਉਹਦੇ ਅੰਦਰ ਦੀ ਜਿਵੇਂ ਜਿਵੇਂ ਉਹ ਜਪਦਾ ਹੈ ਜੋਤ ਜਗਮਗਾਉਣ ਲੱਗ ਜਾਂਦੀ ਹੈ। ਹਿਰਦਿਆਂ ਦੇ ਵਿੱਚ ਚਾਨਣ ਬਖਸ਼ਣ ਵਾਲਾ, ਜਿੱਥੇ ਕੋਈ ਵੀ ਦੁਨੀਆ ਦਾ ਚਾਨਣ ਨਹੀਂ ਜਾਂਦਾ, ਉਹ ਚਾਨਣ ਹਿਰਦਿਆਂ ਦਾ ਬਖਸ਼ਣ ਹਾਰਾ ਵਾਹਿਗੁਰੂ ਹੈ। ਉਹ ਵਾਹਿਗੁਰੂ ਸਰੂਪ ਹੋਏ ਗੁਰੂ ਨਾਨਕ ਸਾਹਿਬ। ਇਹ ਵਾਹਿਗੁਰੂ ਮੰਤਰ ਦੇ ਬੜੇ ਅਰਥ ਨੇ। ਮੈਂ ਕੇਵਲ ਇੱਕ ਦੋ ਹੀ ਆਪ ਨਾਲ ਸਾਂਝੇ ਕੀਤੇ ਨੇ। ਇੱਕ ਵਾਰ ਮਹਾਂਪੁਰਸ਼ ਵਿਦਵਾਨ ਦੱਸਿਆ ਕਰਦੇ ਸਨ, ਕਾਂਚੀ ਦੇ ਵਿੱਚ ਵਿਦਵਾਨ ਸਨ ਪੰਡਤ। ਉਹਨਾਂ ਕਿਹਾ ਇਹਦਾ ਤਾਂ ਵੇਦਾਂ ਦੇ ਮਤਲਬ ਕੋਈ ਅਰਥ ਹੀ ਨਹੀਂ ਬਣਦਾ। ਇੱਕ ਬੜੇ ਪੰਥ ਦੇ ਵਿਦਵਾਨ ਹੋਏ, ਉਹਨਾਂ ਨੂੰ ਕਹਿੰਦੇ ਸਨ ਪੰਡਤ ਈਸਰ ਸਿੰਘ ਜੀ। ਤੇ ਉਹ ਪੰਡਤ ਈਸਰ ਸਿੰਘ ਜੀ ਜਿਹੜੇ ਪੰਡਤ ਲਕਬ ਹੁੰਦਾ ਸੀ ਵਿਦਵਾਨ ਦਾ, ਜਿਵੇਂ ਅੱਜ ਗਿਆਨੀ ਕਹਿ ਦਿੰਦੇ ਆ। ਇਹ ਨਹੀਂ ਕਿ ਕਿਸੇ ਘਰ ਜਨਮ ਲੈਣ ਨਾਲ, ਉਹ ਨਹੀਂ ਸੀ। ਉਹ ਵਿਦਿਆ ਦਾ ਮਾਰਤੰਡ ਪੜ੍ਹਿਆ ਹੁੰਦਾ ਸੀ। ਉਹ ਗਿਆਨੀ ਪੰਡਤ ਗਿਆਨੀ ਈਸਰ ਸਿੰਘ ਜੀ ਜਿਹੜੇ ਹੋਏ ਨਾ, ਉਹਨਾਂ ਨੇ 500 ਅਰਥ ਵਿਦਵਾਨ ਮਹਾਂਪੁਰਸ਼ ਕਹਿੰਦੇ ਬਈ ਇਹ ਵਾਹਿਗੁਰੂ ਮੰਤਰ ਦਾ ਕੀਤਾ, ਇਕੱਲੇ ਵਾਹਿਗੁਰੂ ਸ਼ਬਦ ਦਾ 500 ਅਰਥ। ਔਰ ਉਹਨਾਂ ਨੇ ਇਹ ਕੀਤੇ 500 ਅਰਥ। ਤੇ ਹੁਣ ਹਿਸਾਬ ਲਾ ਲਓ ਵੀ ਕਿੰਨੀ ਕੁ ਵਿਦਿਆ ਦੇ ਨਾਲ। ਉਹਨਾਂ ਵਿੱਚੋਂ ਮੈਂ ਆ ਦੋ ਕੀ ਆਪ ਨਾਲ ਸਾਂਝੇ ਕੀਤੇ ਨੇ। ਔਰ ਮੋਟੇ ਜੇ ਰੂਪ 'ਚ, ਨਹੀਂ ਤੇ ਇੱਥੇ ਹੀ ਸਮਾਂ ਲੰਘ ਜਾਵੇਗਾ। ਉਹ ਉਹਨਾਂ ਨੂੰ ਫਿਰ ਸਿੱਧ ਕਰਕੇ ਦਿੱਤਾ ਬਈ ਇਹ ਕਿਹੜੇ ਕਰਕੇ ਆ। ਤੇ ਉਹਨਾਂ ਸਾਰਿਆਂ ਨੂੰ ਝੁਕਾਇਆ। ਤੇ ਇਹ ਨਹੀਂ ਕਿਹਾ ਬਈ ਇਹ ਜਿੱਤ ਮੇਰੀ ਹੋ ਗਈ, ਈਸਰ ਸਿੰਘ ਦੀ ਹੋ ਗਈ। ਕਹਿੰਦਾ ਨਹੀਂ, ਇਹ ਵਾਹਿਗੁਰੂ ਮੰਤਰ ਦੀ ਜਿੱਤ ਆ ਤੁਹਾਡੇ ਤੇ। ਅਜੇ ਵੀ ਕਹਿੰਦਾ ਮੈਂ ਤੁਸ਼ ਬੁੱਧੀ ਦੇ ਨਾਲ ਸੰਖੇਪ 'ਚ ਅਰਜ਼ ਕੀਤੇ ਨੇ। ਏਡੇ ਏਡੇ ਵਿਦਵਾਨ ਇੰਨਾ ਕੁਝ ਕਹਿ ਕੇ ਵੀ ਵਾਹਿਗੁਰੂ ਸ਼ਬਦ ਦਾ ਅੰਤ ਨਹੀਂ, ਕਿਉਂਕਿ ਬ੍ਰਹਮ ਹੈ। ਇਹ ਅਗਿਆਨ ਨੂੰ ਨਾਸ਼ ਕਰਨ ਵਾਲਾ ਅਚਰਜ ਸਰੂਪ ਜਿਹੜਾ ਵਾਹਿਗੁਰੂ ਹੈ ਨਾ, ਉਹ ਬੁੱਧੀ ਦੇ ਵਿੱਚ ਪ੍ਰਕਾਸ਼ ਦੇਣ ਵਾਲਾ,
ਸਰੇਟ ਬੁੱਧ ਬਖਸ਼ਨਹਾਰਾ, ਉਹ ਕਹੀਏ ਵਾਹਿਗੁਰੂ, ਉਹਨੂੰ ਜਪ ਤੇ ਕਹਿ ਲੱਗੇ ਵਾਹਿਗੁਰੂ। ਔਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਧੰਤਾ ਦੇ ਜੋਗ ਧਨ ਹਨ, ਜਿਨ੍ਹਾਂ ਨੇ ਇਹ ਧੁਰ ਦਰਗਾਹ ਵਿੱਚੋਂ ਜਾਪ ਲਿਆਂਦਾ, ਜਪਿਆ ਤੇ ਜਪਾਇਆ, ਬਖਸ਼ਿਸ਼ ਕੀਤਾ, ਧਨ ਹੋ ਗਏ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਗੁਰੂ ਮੁਖ ਤੋਂ ਜਾਪ ਪਾਇਆ, ਪ੍ਰਾਪਤ ਕੀਤਾ, ਫਿਰ ਜੀਵਨ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਉਹਨੂੰ ਕਮਾਇਆ ਰੱਜ ਕੇ। ਤੇ ਫਿਰ ਜਦੋਂ ਗੁਰੂ ਦਾ ਹੁਕਮ ਹੋਇਆ ਨਾ, ਫਿਰ ਅੱਗੇ ਸੰਗਤਾਂ ਨੂੰ ਵਰਤਾਇਆ। ਔਰ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵ ਕਮਾ ਕੇ ਗੁਰੂ ਅੰਗਦ ਦੇਵ ਮਹਾਰਾਜ ਤੋਂ ਬਖਸ਼ਿਸ਼ ਰੂਪ ਔਰ ਨਾਮ ਨੂੰ ਪ੍ਰਾਪਤ ਕੀਤਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ। ਤੇ ਉਹਨੂੰ ਜੀਵਨ ਵਿੱਚ ਰੋਮ ਰੋਮ ਵਿੱਚ ਕਮਾ ਕੇ ਸੰਗਤਾਂ ਨੂੰ ਵਰਤਾਇਆ। ਵਾਹੇ ਦਾ ਅਰਥ ਅਚਰਜ ਰੂਪ, ਧੰਤਾ ਦੇ ਜੋ ਗੁਰੂ ਰਾਮਦਾਸ ਮਹਾਰਾਜ, ਆਪ ਉਹੀ ਰੂਪ ਹੋ। ਆਪ ਨੇ ਉਹਨਾਂ ਤੋਂ ਪ੍ਰਾਪਤ ਕੀਤਾ। ਗੁਰੂ ਰਾਮਦਾਸ ਸਾਹਿਬ ਜੀ ਆਪ ਉਹ ਰੂਪ ਹੋ ਜਿਹੜੇ ਸਾਰੇ ਜੀਵਾਂ ਦਾ ਹਨੇਰਾ ਕੱਟਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੋਤ ਸਰੂਪ ਹੋ। ਔਰ ਜਿਹੜੇ ਜੀਵਾਂ ਨੂੰ ਜਾਪ ਦੇ ਕੇ ਜਪਾਉਣੇ ਹੋ, ਤੇ ਅੰਦਰ ਦੀ ਸਤਾ ਵੀ ਜਿਹੜੀ ਹੈ ਨਾ, ਚੇਤਨ ਸਤਾ, ਉਹ ਤੁਹਾਡੇ ਕਾਰਨ ਹੀ ਕੰਮ ਕਰ ਰਹੀ ਹੈ। ਮਹਾਰਾਜ ਤੁਸੀਂ ਕਿਰਪਾ ਕਰਦੇ ਹੋ। ਤੁਸੀਂ ਆਦਿ ਕਾਲ ਤੋਂ ਮਹਾਰਾਜ ਕਿਰਪਾ ਕੀਤੀ। ਕਮਲ ਨੈਣ ਮਦਰ ਬੈਨ ਕੋਟ ਸੈਨ ਸੰਗ। ਔਰ ਕਹਿਣ ਲੱਗੇ ਮਹਾਰਾਜ ਆਦਿ ਕਾਲ ਤੋਂ ਇੱਥੇ ਭੱਟ ਜੀ ਦੁਆਪਰ ਯੁੱਗ ਦੇ ਅਵਤਾਰ ਦਾ ਜਿਹੜਾ ਹਵਾਲਾ ਦਿੰਦੇ ਨੇ। ਕਹਿੰਦੇ ਉਹਦੇ ਕਵਲ ਨੈਣ, ਕਵਲ ਵਰਗੇ ਸੁੰਦਰ ਨੈਣ ਨੇਤਰ। ਛੋਟੀ ਜੀ ਆਰਬਲਾ ਵਿੱਚ ਦੇਵਕੀ ਦਾ ਪੁੱਤਰ, ਵਾਸੂਦੇਵ ਦਾ ਪੁੱਤਰ ਦੇਵਕੀ ਦੀ ਕੁੱਖ ਤੋਂ ਜਨਮਿਆ। ਪਾਲਿਆ ਜਸ਼ੋਦਾ ਨੇ ਤੇ ਨੰਦ ਜੀ ਨੇ। ਔਰ ਉਹਦੇ ਨੇਤਰ ਕਵਲ ਸਰੀਖੇ ਵਰਗੇ ਨੇ। ਤੇ ਮਦਰ ਬੈਨ, ਬੈਨ ਬੜੇ ਬੋਲ ਮਿੱਠੇ ਨੇ, ਤੋਤਲੀ ਜੀ ਜ਼ਬਾਨ ਨਾਲ ਬੋਲਦਾ। ਕੋਟ ਸੈਨ ਸੰਗ ਸੂਬ, ਕਹਿ ਲੱਗੇ ਕਰੋੜਾਂ ਦੀ ਸੈਨਾ। ਔਰ ਜਿਹੜੀ ਇਹ ਜਾਦਵਾਂ ਦੀ ਸੈਨਾ ਹੈ, ਦੂਜੀ ਸੈਨਾ ਨਾਲ ਚੱਲਦੀ ਹੈ। ਕਰੋੜਾਂ ਦੀ ਗਿਣਤੀ ਅੰਦਰ ਉਹਨੂੰ 56 ਕਰੋੜ ਵੀ ਲਿਖਿਆ ਹੋਇਆ ਵਿਦਵਾਨਾਂ ਨੇ, ਬਈ ਉਹ ਸੈਨਾ ਨਾਲ ਚੱਲਦੀ ਏ। ਤੇ ਜਿੰਨੀ ਸੈਨਾ ਜੀ ਦੇ ਹੁਕਮ ਵਿੱਚ ਚੱਲਦੀ ਏ, ਜਿਹਦੇ ਨੇਤਰ ਐਸੇ ਨੇ, ਕਹਿ ਲੱਗੇ ਕਹਿਤ ਮਾ ਜਸ਼ੋਦ। ਇੱਥੇ ਜਸੋਦ ਦਾ ਅਰਥ ਹੈ ਜਸ਼ੋਦਾ, ਜਿਹੜੀ ਕ੍ਰਿਸ਼ਨ ਜੀ ਦੀ ਪਾਲਕ ਮਾਂ ਹੈ। ਪਾਲਕ ਮਾਂ ਹੈ, ਜਨਮ ਮਾਂ ਦੇਵਕੀ ਸੀ। ਔਰ ਜਨਮ ਪਿਤਾ ਜਿਹੜਾ ਸੀ ਉਹ ਵਾਸੂਦੇਵ ਸੀ, ਤੇ ਪਾਲਕ ਪਿਤਾ ਸੀ ਨੰਦ ਜੀ ਤੇ ਜਸ਼ੋਦਾ। ਤੇ ਜ਼ਿਆਦਾ ਹੈ ਜਸ਼ੋਦਾ ਨੰਦਨ ਕਰਕੇ ਭੂਸ਼ਤ ਹੋਏ ਨੇ। ਦੇਵਕੀ ਤਾਂ ਜਿਹੜੇ ਪੜ੍ਹਨ ਵਾਲੇ ਆ ਜਾਂ ਸੁਣਨ ਵਾਲੇ ਵਿਚਾਰਾਂ ਨੂੰ, ਉਹਨਾਂ ਨੂੰ ਪਤਾ ਹੈ, ਨਹੀਂ ਤੇ ਕਿਸੇ ਨੂੰ ਨਹੀਂ ਪਤਾ। ਬਈ ਕ੍ਰਿਸ਼ਨ ਜੀ ਦੇ ਜਨਮ ਮਾਤਾ ਦਾ ਨਾਮ ਦੇਵਕੀ ਸੀ ਤੇ ਪਿਤਾ ਦਾ ਨਾਮ ਵਾਸੂਦੇਵ ਸੀ। ਉਹ ਤਾਂ ਨੰਦ ਕੋ ਨੰਦਨ ਹੀ ਕਹਿੰਦੇ। ਜ਼ਿਆਦਾ ਭਗਤਾਂ ਨੇ ਵੀ ਵਰਤਿਆ ਕਿ ਜੇ ਤੁਮ ਕਹਿ ਤੋ ਨੰਦ ਕੋ ਨੰਦਨ, ਸੋ ਨੰਦ ਕਹਾਂ ਥੋ ਰੇ। ਕਹਿ ਲੱਗੇ ਉਹ ਨੰਦ ਬਾਪ ਨੂੰ ਕਿੰਨੇ ਪੈਦਾ ਕੀਤਾ, ਉਹ ਕਿੱਥੋਂ ਆਇਆ, ਕਿਹੜੇ ਨੰਦ ਦੀ ਗੱਲ ਕਰਦੇ ਹੋ, ਅੰਦਰ ਦੇ ਦੀ ਬਾਹਰ ਦੇ ਦੀ। ਖੈਰ ਰਹੋ ਵਿਚਾਰ। ਔਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਔਰ ਭੱਟ ਜੀ ਕਹਿਣ ਲੱਗੇ, ਕਹਿੰਦੇ ਜਸ਼ੋਦਾ ਮਾਂ ਜਿਹੜੀ ਆ ਨਾ, ਉਹ ਕਹਿਤ ਕਹਿੰਦੀ ਹੈ ਕਿ ਜਿਹੜੇ ਦੇ ਬੋਲਾਂ ਵਿੱਚ 56 ਕਰੋੜ ਜਾਦਵਾਂ ਦੀ ਲੋਕਾਈ ਹੁਕਮ ਨੂੰ ਮੰਨਦੀ, ਸੈਨਾ ਚੱਲਦੀ ਅੱਗੇ ਪਿੱਛੇ। ਕਹਿੰਦੇ ਜਸ਼ੋਦਾ ਮਾਂ ਨੂੰ ਆਵਾਜ਼ ਮਾਰ ਕੇ ਕਹਿੰਦੀ ਏ, ਜਿਸੈ ਜਿਹਨੂੰ ਕਹਿੰਦੀ ਏ, ਦਹੀਂ ਭਾਤ ਖਾਹੇ ਜੀਓ। ਦਹੀਂ, ਦਹੀਂ ਤੇ ਭਾਤ ਦਾ ਅਰਥ ਹੁੰਦਾ ਚੌਲ ਆਦ। ਆਜਾ ਪੁੱਤਰਾ ਖਾ ਲਾ।
ਉਹਨੂੰ ਕਹਿੰਦੇ, ਕਹਿਣ ਲੱਗੇ ਵਾਹਿਗੁਰੂ ਜੀ ਅਰ ਤੁਸੀਂ ਕਿਰਪਾ ਕਰਦੇ ਹੋ, ਦੇਖ ਰੂਪ ਆਤਾ ਨੂਪ ਮੋਹ ਮਹਾ ਮਗ ਭਈ। ਕਹਿਣ ਲੱਗੇ ਉਹ ਜਦੋਂ ਸਾਹਮਣੇ ਆਉਂਦਾ ਹੈ ਨਾ, ਉਹਨੂੰ ਦੇਖ ਕੇ ਯਸ਼ੋਦਾ ਮਾਂ ਉਹਦੇ ਰੂਪ ਨੂੰ ਦੇਖ ਕੇ ਜਿਹੜਾ ਅਨੂਪ ਹੈ, ਬਹੁਤ ਜਿਹਦੀ ਬਿਆਨ ਨਹੀਂ ਉਪਮਾ ਹੁੰਦੀ, ਮੋਹ ਮਹਾ ਮਗ ਭਈ, ਉਹਦੇ ਮੋਹ ਦੇ ਵਿੱਚ ਮਗਨ ਹੋ ਗਈ। ਉਹਨੂੰ ਉਹਦੇ ਤੋਂ ਬਗੈਰ ਦਿਸਦਾ ਹੀ ਕੋਈ ਨਹੀਂ, ਔਰ ਸਭ ਕੁਝ ਉਹਨੂੰ ਉਹੀ ਦਿਸਦਾ ਹੈ। ਉਦੋਂ ਅੱਗੇ ਉਹਦੇ ਲਈ ਕੁਝ ਨਹੀਂ ਹੈ, ਉਹਦੇ ਮੋਹ ਵਿੱਚ ਮਗਨ ਭਈ। ਤੇ ਕਿੰਕਣੀ ਸਵਦ ਝਨਤ ਘਰ ਖੇਲ ਪਾਹੇ ਜੀਓ। ਕਿੰਕਣੀ ਦਾ ਅਰਥ ਹੈ ਜਿਹੜੇ ਨਿੱਕੇ ਨਿੱਕੇ ਬੱਚੇ ਹੁੰਦੇ ਆ ਨਾ, ਹੁਣ ਦਾ ਤਾਂ ਮੈਨੂੰ ਪਤਾ ਨਹੀਂ, ਮੈਂ ਪਹਿਲਾਂ ਦੀ ਗੱਲ ਕਰਦਾ, ਉਹਨਾਂ ਦੇ ਨਾ ਲੱਕ ਨਾਲ ਇੱਕ ਕਾਲੀ ਜੀ ਤੜਾਗੀ ਬਣਦੇ ਸਨ ਤੇ ਉਹਦੇ ਵਿੱਚ ਘੁੰਗਰੂ ਪਾ ਦਿੰਦੇ ਸਨ, ਘੁੰਗਰੂ ਛੋਟੇ ਛੋਟੇ, ਔਰ ਉਹ ਲੱਕ ਨਾਲ ਬੰਨ੍ਹਿਆ ਹੋਣਾ। ਜਦੋਂ ਬੱਚੇ ਨੇ ਤੁਰਨਾ ਖੇਲਣਾ, ਉਹਨੇ ਖੜਕਾ ਕਰਨਾ, ਉਹਦੇ ਵੱਖ ਵੱਖ ਕਿਆਸ ਲਾਏ ਜਾਂਦੇ ਸਨ। ਇੱਕ ਬਈ ਮਾਵਾਂ ਨੇ ਮਿਣਦੀਆਂ ਰਹਿਣਾ, ਬਈ ਧਾਗਾ ਪੀੜਾ ਹੋਣ ਲੱਗ ਪਿਆ, ਬੱਚਾ ਵਧਣ ਫੁੱਲਣ ਲੱਗ ਪਿਆ ਸੀ। ਇਹੋ ਜਿਹੇ ਇਹਨਾਂ ਦੇ ਕਿਆਸ ਹੁੰਦੇ ਸੀ। ਖੈਰ, ਮੈਂ ਬਾਣੀ ਦੇ ਸ਼ਬਦ ਦੀ ਵਿਚਾਰ ਕਰ ਰਿਹਾ, ਇਹੋ ਜਿਹੇ ਖਿਆਲਾਂ ਨੂੰ ਲੈ ਕੇ ਯਸ਼ੋਦਾ ਮਾਂ ਨੇ ਵੀ ਧਾਗਾ ਬੱਧਾ ਸੀ, ਉਹ ਘੁੰਗਰੂ ਬੱਧੇ ਸੀ। ਇੱਕ ਉਹਦਾ ਇਹ ਵੀ ਕਾਰਨ ਸੀ ਬਈ ਘੁੰਗਰੂ ਬੱਧੇ ਨੇ, ਕਿਤੇ ਬੱਚਾ ਖੇਡਦਾ ਖੇਡਦਾ ਕਿਸੇ ਪਾਸੇ ਜਾਵੇਗਾ, ਉਹਨਾਂ ਦੀ ਆਵਾਜ਼ ਖੜਕਾ ਸੁਣਦਾ ਰਹੇਗਾ। ਇੱਕ ਇਹ ਬੱਚੇ ਦੇ ਨਿੱਕੇ ਜਿਹੇ ਦੇ ਉਹ ਘੁੰਗਰੂ ਖੜਕਦੇ ਹੋਏ ਸੋਹਣੇ ਬੜੇ ਲੱਗਦੇ ਨੇ ਔਰ ਖੇਲਦੇ ਦੇ। ਇਹ ਮਾਵਾਂ ਦੇ ਅੱਡੋ ਅੱਡੀ ਖਿਆਲਾਤ ਨੇ। ਖੈਰ, ਉਹ ਜਦੋਂ ਚੱਲਦਾ ਅੱਖਾਂ ਤੋਂ ਪਰੋਖਾ ਜਿਹੇ ਹੋ ਕੇ ਨਾ, ਝਨਤਕਾਰ ਸ਼ਬਦ ਜਦੋਂ ਹਿੱਲਦੇ ਨੇ, ਉਹਨਾਂ ਵਿੱਚੋਂ ਸ਼ਬਦ ਇੱਕ ਧੁਨ ਜਿਹੜੀ ਹੈ ਖੜਕਦੀ ਹੈ ਔਰ ਉਹਨਾਂ 'ਚੋਂ ਆਵਾਜ਼ ਪੈਦਾ ਹੁੰਦੀ ਹੈ। ਤੇ ਯਸ਼ੋਦਾ ਮਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਪਾਸੇ ਮੇਰਾ ਸੁੱਖਾਂ ਲੱਦੜਾ ਤੁਰਿਆ ਫਿਰਦਾ, ਉਧਰ ਨੂੰ ਭੱਜ ਕੇ ਚਲੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਗੁਰੂ ਰਾਮਦਾਸ ਮਹਾਰਾਜ, ਦੇਖੋ ਯਸ਼ੋਦਾ ਦਾ ਨੰਦਨ, ਯਸ਼ੋਦਾ ਮਾਂ ਉਹਦਾ ਖਿਆਲ ਕਰਦੀ ਏ। ਮਹਾਰਾਜ ਕਮਲ ਨੈਣ, ਤੇਰੇ ਮਿਹਰ ਭਰੀਆਂ ਨਜ਼ਰਾਂ ਦੇ ਨਾਲ ਹਿਰਦਾ ਕਵਲ ਖੜਾਵਟ ਵਿੱਚ ਆਉਂਦਾ ਹੈ। ਮਧੁਰ ਬੈਣ, ਤੇਰੇ ਮਿੱਠੇ ਬੋਲ ਨੇ ਮਿਠਾਸ ਭਰ ਦੇਣਾ ਹੈ ਹਿਰਦਿਆਂ ਅੰਦਰ, ਬੋਲਾਂ ਅੰਦਰ। ਮਹਾਰਾਜ ਕੋਟ ਸੈਨ ਸੰਗ ਸੋਭਾ, ਕਰੋੜਾਂ ਹੀ ਜਿਹੜੀ ਲੁਕਾਈ ਆ ਨਾ, ਸਾਰੀ ਸ਼ੋਭਾ ਵਾਲੀ ਬਣ ਜਾਂਦੀ ਏ। ਔਰ ਤੇਰੇ ਕਰਕੇ ਮਹਾਰਾਜ ਜਿਨ੍ਹਾਂ ਤੇ ਤੂੰ ਤਰੁੱਠ ਜਾਣਾ ਹੈ ਤਾਂ ਗੱਲ ਬਣਦੀ ਆ। ਉਸ ਸਮੇਂ ਦਾ ਹਵਾਲਾ ਦਿੰਦੇ ਹੋਏ ਭੱਟ ਜੀ ਕਹਿੰਦੇ ਨੇ, ਉਹ ਸ਼ਬਦ ਹੁੰਦਾ ਉਹਦਾ, ਖੇਲ ਪਾਹੇ ਦਿਓ। ਜਦੋਂ ਖੇਡਦੇ ਆ ਨਾ ਖੇਲਾਂ ਬੱਚਿਆਂ ਦੇ ਵਿੱਚ, ਤੇ ਉਹ ਘੁੰਗਰੂਆਂ ਦੀ ਆਵਾਜ਼ ਹੁੰਦੀ, ਮਾਂ ਨੂੰ ਪਤਾ ਲੱਗਦਾ ਰਹਿੰਦਾ ਹੈ ਮੇਰਾ ਸੁੱਖਾਂ ਲੱਦੜਾ ਇੱਥੇ ਖੇਡਦਾ ਪਿਆ ਹੈ। ਭੱਟ ਸਾਹਿਬਾਨ ਕਹਿੰਦੇ, ਕਾਲ ਕਲਮ ਹੁਕਮ ਹੱਥ, ਕਹੋ ਕੌਣ ਮੇਟ ਸਕੈ। ਕਹਿੰਦੇ ਕਾਲ ਸਮਾਂ, ਕਾਲ ਮੌਤ, ਔਰ ਕਹਿੰਦੇ ਤੇ ਕਲਮ ਜਿਹਨੇ ਲੇਖ ਲਿਖਣੇ ਔਰ ਲਿਖਤ ਕਰਕੇ ਸੰਸਾਰ ਤੇ ਭੇਜਣਾ, ਲਿਖਤ ਕਰਕੇ ਬੁਲਾ ਲੈਣਾ, ਔਰ ਉਹਦੇ ਲਿਖਤ ਦੇ ਅੰਦਰ ਸਭ ਕੁਝ ਹੈ। ਉਹਦੇ ਹੁਕਮ ਰੂਪੀ, ਜਿਹੜੀ ਉਹਦੇ ਹੁਕਮ ਰੂਪ ਹੱਥ ਵਿੱਚ ਕਲਮ ਪਕੜੀ ਹੋਈ ਆ। ਜਦੋਂ ਚਾਹੇ ਕਿਸੇ ਨੂੰ ਬੁਲਾ ਲੇ, ਉਹਨੇ ਕਿਸੇ ਤੋਂ ਪੁੱਛਣਾ ਨਹੀਂ, ਉਹਨੂੰ ਕੋਈ ਸਵਾਲ ਨਹੀਂ ਕਰ ਸਕਦਾ। ਆ ਮੇਰੇ ਲਿਖਿਆ ਤਾਂ ਕੁਝ ਹੋਰ ਸੀ, ਕਰ ਤੂੰ ਦਿੱਤਾ। ਜਿਹੜਾ ਲਿਖ ਸਕਦਾ ਉਹ ਜਦੋਂ ਮਰਜ਼ੀ ਕੱਟ ਸਕਦਾ ਹੈ। ਮਹਾਰਾਜ ਸਾਹਿਬ ਕਹਿੰਦੇ, ਉਹਦੇ ਹੱਥ ਵਿੱਚ ਕਲਮ ਆ, ਔਰ ਕੌਣ ਮੇਟ ਸਕੈ। ਕਿਹਦੇ 'ਚ ਤਾਕਤ ਆ? ਜਿਹੜਾ ਉਹਦੀ ਵਾਹੀ ਹੋਈ ਕਲਮ, ਉਹਦੀ ਲਿਖੀ ਹੋਈ ਕਲਮ ਵਿਧਾਤੇ ਦੀ, ਅਕਾਲ ਪੁਰਖ ਵਾਹਿਗੁਰੂ ਦੀ, ਔਰ ਲਿਖਤ ਨੂੰ ਟਾਲ ਸਕੇ। ਕਿਸੇ ਵਿੱਚ ਇੰਨੀ ਤਾਕਤ ਨਹੀਂ। ਇਸ ਬ੍ਰਹਮ ਗਿਆਨ ਧਿਆਨ, ਧਰਤ ਹੀ ਹੈ ਚਾਹੇ ਜੀਓ। ਈਸ਼ ਦਾ ਅਰਥ ਹੈ ਈਸ਼ਰ, ਈਸ਼ਰ ਦਾ ਇੱਥੇ ਅਰਥ ਆ, ਈਸ਼ਵਰ ਦਾ ਅਰਥ ਪਰਮੇਸ਼ਰ ਵੀ ਹੁੰਦਾ ਹੈ, ਪਰ ਇੱਥੇ ਈਸ਼ਰ ਦਾ ਅਰਥ ਹੈ ਸ਼ਿਵ ਜੀ, ਤੇ ਬ੍ਰਹਮ ਦਾ ਅਰਥ ਹੈ ਬ੍ਰਹਮਾ, ਔਰ ਸ਼ਿਵ ਜੀ ਬ੍ਰਹਮਾ ਜਿਹੜਾ ਕਹਿੰਦਾ ਬਈ ਮੈਂ
ਸੰਸਾਰ ਦੇ ਵਿੱਚ ਵੇਦ ਜਿਹਨੂੰ ਨਾਜ਼ਲ ਹੋਏ, ਵੇਦਾਂ ਦੇ ਲਿਆਉਣ ਵਾਲਾ ਉਚਾਰਨ ਕਰਤਾ, ਤੇ ਜਿਹਦੀ ਇਹ ਡਿਊਟੀ ਆ ਬਈ ਤੂੰ ਸੰਸਾਰ ਤੇ ਇਹਨਾਂ ਨੂੰ ਭੇਜਣਾ। ਜਿਵੇਂ ਇੱਧਰੋਂ ਕਿਸੇ ਆਦਮੀ ਨੂੰ ਕੋਈ ਖਿਲਾਰ ਦੇ, ਬਈ ਤੂੰ ਇਹਨਾਂ ਬੰਦਿਆਂ ਨੂੰ ਅੰਦਰ ਭੇਜੀ ਜਾ, ਤੂੰ ਸੰਸਾਰ ਅੰਦਰ ਇਹਨਾਂ ਨੂੰ ਭੇਜੀ ਜਾ, ਉਤਪਤੀ ਕਰਕੇ ਤਿਆਰ ਕਰ ਕਰਕੇ ਮਾਡਲਾਂ ਨੂੰ ਭੇਜੀ ਜਾ, ਤਾਂ ਸੰਸਾਰ ਵਿੱਚ ਤੁਰੇ ਜਾਣ। ਕਦੋਂ ਤੁਰੇ ਜਾਂਦੇ ਨੇ? ਤੇ ਜਿਹੜਾ ਸ਼ਿਵ ਜੀ ਇਹਦੀ ਡਿਊਟੀ ਲਾਈ, ਜਿਹੜੇ ਗਏ ਹੋਏ ਇਹਦੇ ਭੇਜੇ ਆ ਨਾ, ਤੂੰ ਉਹਨਾਂ ਨੂੰ ਲਈ ਆ, ਵਾਪਸ ਲਈ ਆ, ਉਹਨਾਂ ਨੂੰ ਲਈ ਆ। ਔਰ ਇਹ ਆਪਣੇ ਮੁਤਲਕ ਹੁਣ ਸ਼ਿਵ ਜੀ ਲਿਜਾਣ ਵਾਸਤੇ ਆ, ਉਹ ਭੇਜਣ ਵਾਲਾ ਨਹੀਂ, ਉਹ ਨਹੀਂ ਕੰਮ ਕਰ ਸਕਦਾ। ਤੇ ਬ੍ਰਹਮਾ ਭੇਜਣ ਦੇ ਅਸਥਾਨ ਤੇ ਬੈਠਾ, ਉਹ ਇਹ ਨਹੀਂ ਕਹਿ ਸਕਦਾ ਮੈਂ ਤੇਰਾ ਗਲ ਘੁੱਟ ਦਿਆਂਗਾ ਜੇ ਤੂੰ ਮੇਰੀ ਨਾ ਸੁਣੀ, ਇਹ ਨਹੀਂ ਕਰ ਸਕਦਾ, ਉਹ ਮਾਰ ਨਹੀਂ ਕਿਸੇ ਨੂੰ ਸਕਦਾ। ਤੇ ਦੋਵੇਂ ਕਿਸੇ ਨੂੰ ਅੰਨ ਨਹੀਂ ਦੇ ਸਕਦੇ, ਇਹਨਾਂ ਦੀ ਡਿਊਟੀ ਨਹੀਂ ਗੀ। ਦੂਜੇ ਦੇ ਪ੍ਰਬੰਧ ਵਿੱਚ ਇੰਟਰਫੇਅਰ ਨਹੀਂ ਇਹ ਕਰਨਗੇ, ਜਾ ਕੇ ਦਖਲਅੰਦਾਜ਼ੀ ਨਹੀਂ ਕਰਨਗੇ। ਬਈ ਬ੍ਰਹਮਾ ਕਹੇ ਬਈ ਸ਼ਿਵ ਜੀ ਮੈਂ ਤੇਰੇ ਵਾਲਾ ਕੰਮ ਵੀ ਕਰ ਲਾਂਗਾ, ਤੂੰ ਆ ਛੁੱਟੀ ਤੇ ਚੱਲ ਜਾ। ਉਹ ਕਹੇ ਬਈ ਤੂੰ ਜਿੱਥੇ ਮਰਜ਼ੀ ਤੁਰ ਫਿਰ ਗੇੜੇ ਕੱਢਿਆ ਤੇ ਮੈਂ ਤੇਰੇ ਵਾਲਾ ਵੀ ਸੰਭਾਲ ਲੂੰ, ਇਹ ਨਹੀਂ ਇਹ ਕਰ ਸਕਦੇ। ਉਹਦਾ ਹੁਕਮ ਹੈ, ਜਿਹਦੀ ਡਿਊਟੀ ਉਹੀ ਕਰੇਗਾ, ਦੂਜਾ ਨਹੀਂ ਕਰੇਗਾ। ਔਰ ਤੀਜਾ ਆ ਕਹਿੰਦੇ ਗਿਆਨ, ਗਿਆਨ ਕਹਿੰਦੇ ਨੇ ਵਿਸ਼ਨੂੰ ਨੂੰ। ਔਰ ਵਿਸ਼ਨੂੰ ਦੀ ਜਿਹੜੀ ਆ ਉਹਨੂੰ ਭੰਡਾਰਾ ਵਰਤਾਵਾ ਲਾਇਆ ਹੋਇਆ ਹੈ, ਔਰ ਉਹ ਇਹਨਾਂ ਦੋਨਾਂ ਵਾਲਾ ਕੰਮ ਨਹੀਂ ਕਰ ਸਕਦਾ। ਤੇ ਔਰ ਇਹਦੇ ਵਾਲਾ ਉਹ ਦੋਨੇ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਨੂੰ ਹੁਕਮ ਹੈ ਕਿ ਇਹ ਕਰ ਤੂੰ। ਤੇ ਲੇਖਾ ਜਿਹੜਾ ਉਹ ਧਰਮਰਾਜ ਨੇ ਕਰਨਾ ਹੈ, ਉਹ ਇਹਨਾਂ ਤਿੰਨਾਂ ਵਾਲਾ ਨਹੀਂ ਕਰਦਾ। ਇਹ ਤਿੰਨੇ ਹੀ ਉਹਦਾ ਲੇਖਾ ਨਹੀਂ ਕਰ ਸਕਦੇ, ਕਿਉਂਕਿ ਰੱਬ ਨੇ ਉਹਦੀ, ਪਰਮਾਤਮਾ ਨੇ ਉਹਦੀ ਉੱਥੇ ਡਿਊਟੀ ਲਾਈ। ਧਰਮ ਰਾਏ ਨੂੰ ਹੁਕਮ ਹੈ ਕਿਹਦਾ? ਪਰਮਾਤਮਾ ਦਾ। ਇਹਨਾਂ ਨੂੰ ਵੀ ਪਰਮਾਤਮਾ ਦਾ ਹੁਕਮ ਹੈ। ਇਹਨਾਂ ਨੂੰ ਤਿੰਨਾਂ ਨੂੰ ਬਣਾ ਕੇ, ਇਹਨਾਂ ਦੀ ਸਾਧਨਾ ਕਰਕੇ, ਉਤਪਤੀ ਕਰਕੇ ਇਹਨਾਂ ਨੂੰ ਕਿਹਾ ਤੁਸੀਂ ਇੱਥੇ ਕੰਮ ਲੱਗੋ, ਆਹ ਕੰਮ ਕਰੋ, ਸੰਸਾਰ ਨੂੰ ਅੱਗੇ ਵਧਾਉਣ ਲਈ, ਇਹਨਾਂ ਨੂੰ ਭੇਜਣ ਲਈ। ਇਹਦੂ ਵੱਧ ਤੂੰ ਅੱਗੇ ਨਹੀਂ ਜਾਣਾ, ਤੇਰਾ ਕੰਮ ਇਹ, ਤੇਰਾ ਇਹ ਆ। ਤੇ ਉਹਨੂੰ ਕਿਹਾ ਧਰਮ ਰਾਜਾ ਤੇਰਾ ਕੰਮ ਹੈ ਬਈ ਲੇਖਾ ਜੋਖਾ ਦੇਖਣਾ, ਇਹਨਾਂ ਦਾ ਕੰਮ ਇੱਕ ਤੇਰੇ ਕੋਲ ਲੈ ਆਊਗਾ, ਇੱਕ ਭੇਜ ਦੇਊਗਾ। ਇਹਦਾ ਕੰਮ ਹੈ ਅੰਨ ਅਨਾਜ ਦੇਣਾ, ਵਰਤਾਵਾ ਵਰਤਾਉਣਾ ਲਾਇਆ ਹੈ। ਮਾਲਕ ਨਹੀਂ, ਭੰਡਾਰੇ ਅਕਾਲ ਦੇ ਨੇ, ਦਾਤੇ ਦੇ ਨੇ, ਉਹਦੇ ਹੁਕਮ ਵਿੱਚ ਨੇ। ਹੁਕਮ ਵਿੱਚ ਤਿੰਨੇ ਹੀ ਆਦਿ ਦੇਵਤੇ ਇਹਨਾਂ ਨੂੰ ਮੰਨਿਆ ਜਾਂਦਾ। ਆਦਿ ਇਹਦੂ ਬਾਅਦ ਵਾਲੇ ਸਾਰੇ ਨੇ, ਔਰ ਪਹਿਲਾਂ ਇਹ ਪੈਦਾ ਹੋਏ ਨੇ, ਇਹਨਾਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ, ਔਰ ਇਹਨਾਂ ਨੂੰ ਆਦਿ ਦੇਵਤੇ ਮੰਨਿਆ ਜਾਂਦਾ ਹੈ। ਕਹਿੰਦੇ ਮਹਾਰਾਜ ਉਹਨਾਂ ਅੰਦਰ ਵੀ ਜੋਤ ਰੂਪ ਹੋ ਕੇ ਤੂੰ ਆਇਆ, ਪੈਦਾ ਕਰਨ ਵਾਲਾ ਤੂੰ ਆਇਆ, ਔਰ ਧਰਤ ਹੀ ਹੈ, ਔਰ ਧਰਤੀ ਨੂੰ ਵੀ ਧਾਰਿਆ ਹਿਰਦੇ ਵਿੱਚ। ਉਹਨਾਂ ਧਰਤ ਹੀ ਹੈ, ਤੇਰਾ ਧਿਆਨ ਹਿਰਦੇ ਵਿੱਚ ਵੀ ਧਾਰਦੇ ਨੇ, ਤੇ ਚਾਹੇ ਤੇਰੀ ਇੱਛਾ ਪ੍ਰਗਟ ਕਰਦੇ ਨੇ, ਤੇਰੇ ਹੁਕਮ ਅਨੁਸਾਰ ਚੱਲਦੇ। ਜਿਵੇਂ ਤੂੰ ਹੁਕਮ ਕਰਦਾ ਹੈ, ਤੇਰੇ ਹੁਕਮ ਤੋਂ ਬਾਹਰ ਉਹ ਕੁਝ ਨਹੀਂ ਕਰ ਸਕਦੇ। ਸਤ ਸਚ ਸ੍ਰੀ ਨਿਵਾਸ, ਇਹ ਸਤ ਸਰੂਪ ਅਕਾਲ ਪੁਰਖ ਵਾਹਿਗੁਰੂ, ਔਰ ਸੱਚ ਔਰ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸ੍ਰੀ ਨਿਵਾਸ, ਜਿਹਦੇ ਚਰਨਾਂ ਵਿੱਚ ਸ੍ਰੀ ਮੈਨੇ ਲక్ష్ਮੀ ਵੀ ਆ ਕੇ ਵਾਸਾ ਕਰਦੀ। ਮਹਾਰਾਜ ਉਹ ਵਿਸ਼ਨੂੰ ਵੀ, ਔਰ ਤੇਰਾ ਬਣਾਇਆ, ਤੇਰਾ ਭੇਜਿਆ, ਤੇਰੀ ਸਤਾ, ਤੇਰੀ ਜੋਤ ਕੰਮ ਕਰਦੀ ਪਈ ਆ, ਔਰ ਜਿਹਦੇ ਨਾਲ ਵਾਸਾ ਲక్ష్ਮੀ ਕਰਦੀ ਆ। ਔਰ ਇੱਥੇ ਸ੍ਰੀ ਮੈਨਾ ਹੈ ਲక్ష్ਮੀ, ਔਰ ਉਹ ਵਾਸਾ ਕਰਦੀ ਹੈ ਮਹਾਰਾਜ। ਉਹ ਲక్ష్ਮੀ ਤੇਰੇ ਚਰਨਾਂ ਦੇ ਵਿੱਚ ਵੀ ਵਾਸਾ ਕਰਦੀ, ਤੇਰੇ ਹੁਕਮ ਦੇ ਵਿੱਚ ਚੱਲਦੀ ਆ। ਜਿਹੜੀ ਜੋਤ ਮਹਾਰਾਜ ਨੇ ਕਿਹਾ ਨਾ, ਸਭ ਮੈਂ ਜੋਤ, ਜੋਤ ਹੈ ਸੋਏ, ਤੇ ਇਸਦਾ ਚਾਨਣ ਸਭ ਮੈਂ ਚਾਨਣ ਹੋਏ। ਕ੍ਰਿਸ਼ਨ ਜੀ ਦੇ ਅੰਦਰ ਵੀ ਉਹੀ ਜੋਤ ਹੈ, ਵਿਸ਼ਨੂੰ ਜੀ ਦੇ ਅੰਦਰ ਵੀ ਉਹੀ ਜੋਤ ਹੈ, ਬ੍ਰਹਮਾ ਅੰਦਰ ਵੀ ਉਹ ਜੋਤ ਹੈ, ਸ਼ਿਵ ਜੀ ਅੰਦਰ ਵੀ ਉਹ ਜੋਤ ਹੈ, ਤੁਹਾਡੇ ਸਾਰਿਆਂ ਵਿੱਚ ਵੀ ਉਹ ਜੋਤ ਹੈ, ਔਰ ਹਰ ਇੱਕ ਕਣ ਕਣ ਵਿੱਚ ਉਹੀ ਜੋਤ ਹੈ। ਕਿਸੇ ਨੇ ਜਗਮਗਾ ਲਈ, ਕੋਈ ਬੁਝੀ ਹੋਈ ਲਈ ਫਿਰਦਾ ਹੈ, ਕਿਸੇ ਨੇ ਜਗਾ ਲਈ। ਤੇ ਹੁਣ ਦੀਵੇ ਵਿੱਚ ਤੇਲ ਹੋਵੇ, ਬੱਤੀ ਹੋਵੇ, ਦੀਵਾ ਮੁਕੰਮਲ ਰੂਪ ਹੋਵੇ, ਤੇ ਉਹਨੂੰ ਇਸ ਮਜਮੂਨ ਨੂੰ, ਔਰ ਜਿਹੜਾ ਇਹ ਕਹਿੰਦੇ ਨੇ ਬਈ ਇਹ ਜੋਤ ਪਈ, ਤੇ ਜੇ ਉਹਨੂੰ ਤੀਲੀ ਲਾ ਕੇ ਜਗਾ ਦਈਏ, ਕਹਿੰਦੇ ਜੋਤ ਜਗਦੀ, ਜੋਤ ਬੁਝੀ। ਦੀਵਾ ਹੀ ਆ ਨਾ, ਸਤਿਕਾਰ ਨਾਲ ਉਹਨੂੰ ਜੋਤ ਕਹਿ ਦਿੰਦੇ ਆ ਬਾਹਰ ਦੇ ਨੂੰ, ਔਰ ਜੋਤ ਸ਼ਬਦਾਂ ਅੰਦਰ ਲਈ ਉਹਦਾ ਸਤਿਕਾਰ ਕਰਦੇ ਆ, ਮਤਲਬ ਤਿਰਸਕਾਰ ਨਹੀਂ, ਸਤਿਕਾਰ ਨਾਲ।
हुण वो बुझी के जगी, जिन्ना जगा ली उन्हां नूं चानना होया, वो लो दे अंदर चलदे अपना मार्ग वेखदे। हुण आपां लाइटां काहदे लई जगाउने आ? हनेरे च लाइटां दा तां काम यही है ना कि असीं रस्ता सही दिसे ते मंजिल ते पहुंच जाइए। जेड़ा बंदा लाइटां नाल उलझ जावे, कुमार्ग पै जावे, खुंज जावे, लोग कहणगे लाइटां जगदियां तो तैनूं दीदा नहीं, अन्ना थल्ले चिक्कड़ च गड्डी ला देती हो, तू वेख तां लैंदा, तैनूं सामने लाइटां नाल रस्ता नहीं दिसदा। वो तेनू रब ने जे जोत दिती है ज्ञान, ये नहीं कि अवज्ञावां गुस्ताखियां करें, ज्ञान ये नहीं लोगां नू कुराहे पा देवें, ज्ञान ये नहीं कि सजना बद फैलियां कुसंगत वल नू तुरे ते मन मानियां करें। ज्ञान लैट वो भली आ जेड़ी रब दे मार्ग ते लैके चले, लैट वो भली आ जेड़ी ड्राइवर नू भी, वहीकल नू भी ते और उपर असवारां नू भी सिरे लै जावे। वो ज्ञान है, नहीं ते अज्ञान है। महाराज तू ज्ञान देन वाला हिरदियां दे अंदर आद पुरख, आद काल सुपुरख सर्व व्यापक वैगुरु जी तेरे विच सारे वासा करदे ने ते और तेरी दया धर्म सारे गुण वासा करदे ने। शोभा वाले वो तेरी शोभा सारियां विच वासा करदी, वडियाई उपमा। और तू आद पुरख है, सर्व व्यापक है, सदा तू ही, हमेशा तू ही, हर जगह ते वाहे गुरु वाहे गुरु वाहे गुरु वाहे जियो। महाराज गुरु नानक देव महाराज जिन्ना जपिया और जिन्ना लियांदा, गुरु अंगद देव महाराज नूं ये बख्शिश होया नाम, और उही दात गुरु अमरदास साहब ते आचार्य स्वरूप धन गुरु रामदास जी वो आप अगे भंडारे वंड रहे हो। और सिखो तुहानू नाम गुरु ने दिता है और आप जपो ते दूजियां नू जपाओ। ज्ञान ये गुरु दा कहंदा जे किसे नू कुमार्ग ते ना पाओ। ये नहीं पे सारे कथा कर लेंदे ने, सारे सुन लेंदे ने और सुनते सारे आ, पर जान बुझ के किसे नू माड़े पासे मार्ग ते पा देना। आपदी जिंदगी दे विच यतन करो बई असी कुछ तां कर सकीए ना, उलझियां नू कुछ तां मार्ग ते तोर सकीए, रस्ता सही उन्हां नू दस सकीए। बई एवें ना भटकदा फिरी, ऐस मार्ग ते तुर मंजिल ते पहुंचेगा। कहंदे गुरु रामदास साहब तुसी भंडारे वरताउंदे हो, राम नाम परम धाम शुद्ध बुद्ध निरीकार। हे मेरे वैगुरु जेड़ा राम दा नाम है ते और भगवान दा नाम है वैगुरु दा। राम दा अर्थ रामचंद्र भी करदे, बई रामचंद्र जी जेड़ा नाम परमात्मा दा जपदे ने, उस रामचंद्र नू जेड़े परमात्मा ने उत्पन्न किया है, जेड़े परमात्मा ने दात बख्शी है और अवतार बना के भेजा उतारिया है। कह लगे परम धाम, ओदा वड्डा धाम, वड्डा घर, वो वड्डा है। और शुद्ध बुद्ध, श्रेष्ठ शुद्ध समझ, श्रेष्ठ बुद्ध और पवित्र बुद्धि, तेरी बुद्धि आत्म विषैनी हो जावे। निरीकार बेसुमार, वो जेड़ा दाता है ना सारियां नू बख्शिशां करन वाला ना, वो निरीकार, आकार नहीं होदा कोई, उन्हें आकार सारे बनाए ने। और आप आकार तो रहते त्यो बेसुमार अथा अगंत अतुल्य, ज्यों बुलावो त्यो नानक दास बोले। बेसुमार सरबर, महाराज तेरे सदर्श तेरे बराबर कोई नहीं। कौ काहे दियो दसो कौन है? अकाल पुरख वैगुरु दे बराबर कौन है? कोई भी नहीं, ओदी बराबर कोई नहीं। उन्हें सारे पैदा किते, सारे आकार उसे दे बनाए, वजूद उसे दे बनाए, और उदा अपना वजूद कोई नहीं। निर्गुण करके, निर्गुण रूप होण करके, सरगुण होण करके उहदे सारे रूप उहदे ने, क्योंकि सारियां हिरदे अंदर सारियां जगहां अंदर वो खुद बा खुद वसिया होया। महाराज कहंदे ना सहस तव नैन नन, महाराज तेरे सहस तव, तेरे जेड़े हजारां नेत्र ने, नन नैन, तेरा एक भी वास्तव अंदर निर्गुण करके नेत्र नहीं, तेरे हजारां ही नक ने,
सारे नक जिन्ने लगे जीवां नूं तेरे ने, जिन्नियां अखां लगियां ने सारियां तेरियां ने। महाराज निर्गुण करके तेरी एक भी अख नहीं, जिन्ने रूप ने सारे तेरे ने, और निर्गुण होने करके तेरा एक भी रूप नहीं। महाराज तेरा एक भी रूप नहीं, तेरे बराबर कोई नहीं। सुथर चित भगत हित भेख धरियो। हे मेरे वैगुरु सुथर और महाराज आपने और पवित्रता दे मुजच्छमे साफ सुथरा, जिन्हों सीधे जे बोलां च कह लईए, जिहदा चित्त साफ सुथरा सी ना, ते साफ सुथरे तो भाव पवित्र चंगा लै लईए, और जिहदा चित्त स्वच्छ सीगा उन्हें चित्त भगत हित, भगत ने अंदर हित प्रेम परमात्मा वास्ते और पवित्र चित्त नाल, साफ सुथरे चित्त नाल और परमात्मा नूं याद किया। ते परमात्मा सुथर और जेड़ा पवित्र परमात्मा से वो अपने भगत हित, वो अपने भगत वास्ते हित, उहदे वास्ते सब कुछ करता है। महाराज कहते बई जदों ऐसा होया ना, भट्ट जी कहते भगत और प्रहलाद जेड़ा सी वो भगवान हित उहदे वास्ते प्रेम नाल बंदगी करदा सी, ते बंदगी करन वाले नूं उहदा बाप उहदे अंग साक सवाए उहदी मां तो, और सारे ही उहनूं जेड़ा खत्म करना चाहुंदे सी। और ये बड़ी लंबी चौड़ी वार्ता मैं केवल संखेप च अर्ज कर रहा है। और मारना चाहुंदे ने, कहंदे प्रभु जदों तू अपने भगत नाल हित, हे पवित्र प्रभु पवित्र आत्मा और भगत दे नाल जदों प्रहलाद नाल तू हित प्रेम कीता ना, फिर भेख धरियो, फिर एक तुसां भेख धारिया, वो किहड़ा नरसिंह रूप दा, वो तुसी एक लिबास बनाया, एक आकार बनाया, कादे लई हर नख सहारियो नख बेदार दियो। महाराज फिर तुसा ने आके नरसिंह रूप धारण करके ना भगत नाल प्रेम करन वाले ते भगत दे जेड़े दोखी सी, जेड़े उन्हां नूं नौहां दे नाल नाश कर दिता, उनका खात्मा कर दिता। और फिर की होया, शंख चक्र गदा पद्म आप आप की ओ शादम। हे मेरे वैगुरु जेड़ा शंख धार्मिक चिन्ह सी, चक्र गदा ते पद्म कबल आद आप की ओ शदम। महाराज वो सारे धार्मिक चिन्ह से आपने सारे ही शोपले कर देते, कोई नहीं दिखाई देता। महाराज सारियां नूं ही शोपले कर देता है, सारियां नूं छपा देता है, और सारियां नूं अभाव कर दिता। तुसी जदों ये रूप धारिया, और महाराज आप की ओ शदम अपरंपर पार ब्रह्म लखे कौन ताहे जियो। पापा पुन्ना तो परे ब्रह्म जेड़े अवतार तारे, किसे कुल चक्कर आया, किसे कुल शंख आया, किसे गदा पगड़ी, किसे कवल बने दे विच आया, ओदे चिन्ह बने, उन्हां नाल जुड़ गए। महाराज तू आप ही वो चिन्ह बख्शण वाला है, ते आप ही उन्हां नूं शदम छपा देना है। मेरे वैगुरु सच्चे पातशाह गुरु रामदास साहब लखे कौन, और जेड़ा परंपरा परे तो परे, पारावार तो परे पार ब्रह्म लखे कौन ताहे जियो। कौन उन्होंने लख सकदा, कौन उन्होंने जान सकदा है। सतगुरु रामदास महाराज आप वो रूप हो सत साच, जेड़ा सत निश्चय करके सच स्वरूप है श्री निवास, जिदे हुक्म अगे जिदे चरना विच लक्ष्मी भी हाथ जोड़ के खड़ी रहंदी आ, और जेड़ा है जिदी शोभा हिरदियां दे अंदर वासा करदी आ। आद पुरख सदा तू ही वाहे गुरु वाहे गुरु वाहे गुरु वाहे जियो। गुरु रामदास महाराज आप अचरज स्वरूप हो, चेतन स्वरूप हो, अंधकार नूं कट्टण वाले हो। सदा तू ही ओ, सदा तू हमेशा तू ही ओ रूप आ। कोई दूजा तेरे बगैर ये काम नहीं कर सकता, ये तू ही करन वाला आ ते करवाउण वाला, कोई दूजा नहीं तेरे बगैर ये कर सकता। महाराज कहंदे पीत बसन कुंद दसन प्रिय सैत कंठ माल, मुकुट शीस मोर पंख चाहे जियो।
ਇਹ ਉਸ ਵੇਲੇ ਦੇ ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਔਰ ਜਿਹੜੇ ਆਏ श्री कृष्ण जी उन्हां बाबत दसदे कहंदे महाराज जदों तुहाडी जोत उस रूप विच आई सता उत्थे आई उन्हूं उतारिया ते ओ पीत बसन पीले पहने हुए बस्तर ओदे बड़े सोहणे लगदे कुंद दसन और जेड़े दसन मैंने दंद और कुंद वो ऐं मूंगियां दा डब्बा लगे बड़े सुंदर लगन और जदों हसदे ने सैत कंठ माल मुगट शीस मोर पंख कहन लगे हे महाराज जदों गल दे विच पहलियां माला राजा बने राज पाट आए फब्बिया ते कहन लगे गल दे विच माला प्यारे दे ते जेड़ा सी ना सिर दे उपर और मोरां दे पंखां दा बनिया होया मुकट ओदे धारनी होए और राजपाट फब्बिया और वो चाहे उत्साह नाल इच्छा नाल वो जेड़ा सी आके ताज पहनिया महाराज दे पावत भट्ट कहंदे बेवजीर बड़े धीर धर्म अंग लख अगम खेल किया आपने उशाहे दियो कह लगे बड़े बेवजीर बे प्लस वजीर जिहदे कोल ए राज दा सारा कुछ दस्या ते राजा जिहड़ा है उहदे कोल फौजां भी ने उहदे कोल बगियां घोड़े भी ने ते उहदे वजीरां दी गिनती भी हुंदी है कृष्ण जी दे समय भी वजीर सन ते आम राजियां दे भी रहे राजपाट च हे मेरे वैगुरू अकाल पुरख वैगुरू जी ये ना वजीर चाहे फौजां ताइयां सब कुछ चाहे उत्साह वधाए महाराज बे प्लस वजीर तू बेवजीर तो रहते तेरा कोई वजीर नहीं ये मशवरा करदे आ करिए ये सलाह करदे ने अपनी सभा दे विच राजे ये विभूति वाले महाराज तू किसे तो पुछदा नहीं की करना है और किनों संसार तो बुलाना किनों भेजना है और बेवजीर महाराज तू वजीर तो रहते बड़े धीर महाराज वड्डा धीरज वाला ते जिहदे ते तू त्रुठ जाना है उहदे धीरज नूं कोई हिला नहीं सकदा बड़े धीर धर्म अंग धीरज धारी धर्म दा अंग बन गए धर्म तो डोले नहीं और धर्म दे सहत हो गए अलख जे ओ परमात्मा दी कृपा नाल परमात्मा तू लखण तो परे जानन तो परे अगम और मन दी गमता मन दे ख्याल भी नहीं पहुंच सकदे अपने आप जे तू कृपा करें तां सब कुछ स्वीकार है तां सारा कुछ हो सकता है खेल किया अपने उशाहे दियो महाराजा जिन्ना खेडा पाया होया ना तू अपने उशाहे अपने उत्साह लाई सारा खेडा रचिया होया है आप ही इहदा रचेता बन के इनू रचन वाला है कोई दूजा नहीं और आकथ कथा लखी ना जाए आकथ कथा कथी ना जाए तीन लोक रहा समाए महाराज जेड़ी तेरी आकथ बयान तू रहते वो कथा विचार कथी विचारी नहीं किसी तो जा सकती तेरी मुकम्मल रूप च विचार ना और पढ़ी जा सकती ना पढ़ाई जा सकती ना सुनी जा सकती ना सुनाई जा सकती है और तीन लोक रहा समाए तू तिन्ना लोकां दे विच समाया होया मिलिया होया एक रूप है सुते सिद्धा रूप धरियो साहन कै साहे दियो कहंदे महाराज तुसी तां सुते सिद्धि अचनचेती वो रूप धारण कर लिया केड़ा साहन कै साहे जियो साहन मैना हुंदा है बादशाह ते साहे उन्हां नूं पैदा करन वाला पातशाहां दा पातशाह और वो रूप तुसी धारण किया है धन गुरु रामदास साहब सत साज श्री निवास आद पुरख सदा तू ही वाहे गुरु वाहे गुरु वाहे गुरु वाहे जियो हे सच्ची सरकार निश्चय करके सच स्वरूप और सच्ची सरकार जी दे चरना विच लक्ष्मी हाथ बन के खड़ी है शोभा रूपी वड्याई लक्ष्मी हिरदियां च वास करदी आ
तू हर एक दा आद स्वरूप सर्व व्यापक है, हमेशा तू ही है, तेरे बगैर कोई नहीं सतगुरु। और तू वाहिगुरु रूप होके सारियां नूं बख्शिशां करदा है, नाम दियां जपदा जपाउंदा है। ये मेरे वाहिगुरु तुर दरगाह तो लिया के गुरु नानक रूप हो करके गुरु अंगद साहब, गुरु अमरदास साहब आचर्य स्वरूप धन गुरु रामदास महाराज वो बख्शिशां आप कर रहे हो, आप वरता रहे हो, सारियां नूं वो दातां बख्श रहे हो। सतगुरु सतगुरु सतगुर गोबिंद जीओ। और सतगुरु नानक देव महाराज दातां बख्शनहारे, सतगुरु अंगद देव महाराज और सतगुरु अमरदास महाराज गुरु गोबिंद जीओ। कह लगे गोबिंद धरती दे मालक दा स्वरूप धन गुरु रामदास महाराज जी तुसी सरगुण रूप धारिया है। बलै छलन सबल मलन, महाराज जेड़े बल दे सहित ने, बलै छलन ते बड़े बड़े बल वाले छलन वाले छलावे विच आ जांदे ने, उन्हां नूं लोग छल लैंदे ने। और महाराज सबल जेड़े बल दे सहित ने उन्हां नूं भी छल लैंदे ने, वो भी बल नाल दूजियां नूं छल लैंदे ने, छलावे विच लै आउंदे आ महाराज। और तू जेड़ा है उन्हां छलावियां विच नहीं आउंदा। मलन जेड़े इहो जिहियां करतूतां वाले आ ना, तू उन्हां दा मलिया मेट कर देना, उन्हां नूं मल देना है, उन्हां दा खात्मा कर देना है। भगत फलन, महाराज फिर इत्थे फलीभूत कौन हुंदे आ? भगत जेड़े भगती करदे, बंदगी करदे ने, सिमरन करदे ने। भगत फलन कान कुआर ने कलंक बजी डंक चढ़ू दल रवेंदा जीओ। कह लगे कान कुआर। और जेड़े काहन मैना, इत्थे कान पाठ नहीं, इत्थे हलंत लगा होया है काहन, जेड़ा वाचक कृष्ण दा। कह लगे कृष्ण जी रूप कुआर। और जेड़ा कुमार छोटी आदू विच, कह लगे महाराज ओनू भी पैदा तुसी कीता ते और ओदे नाल जद जादवां दी सैना चढ़दी और दल चढ़दा ते डंके वजदे ने। और निकलंक महाराज संसार दे अंदर और निकलंक रूप होके तू उतरिया है ते उतरना है। और जिन्हों कलंक कोई नहीं, ने प्लस कलंक, कलंक संसारियां नूं है, निरंकार नूं नहीं। तू कलंक आ तो रहते, इत्थे भी अर्थ करदे सन बई ने कलंकी अवतार। और महाराज वो भी तू रूप है ते डंका वजेगा संसार दे अंदर और संसार नूं सुधारन वास्ते और राह ते लियाउण वास्ते। और कहंदे चढ़ू दल रविंदा जीओ। और सूरज दे उदय होण तो अस्त तक और जेड़ा आ कहंदे ये दल चढ़ू और तुरेगा। और राम रमन, जेड़ा राम नूं रमन सिमरना याद करना। और दुरत दमन, जेड़े दुरत दुष्ट ने उन्हां दा दमन करना, उन्हां नूं खत्म करना। ये दल ने दुष्टां दा खत्म करना। ने कलंक ने सकल भवन, सारे भवन जिन्ने ने कुशल करण। और दुष्टां नूं दमन नाश करके ना ते परमात्मा और जेड़े तेरे प्यारे भगत ने उन्हां नूं कुशल करन, उन्हां नूं सुख शांति देन वास्ते, खुशियां देन वास्ते। सर्व भूते आप ही। और सारे भूत, सारे शरीरां अंदर सारे तत्तर तत् रूप होके मालक जी आप ही देवाद देव। और देवतियां दा देवाद अध्यक्ष रूप देवता, सारिया तो मुखी और देव रूप सैस मुख फनेंद जीओ। जेड़े हजारां मुखां वाला और शेष नाग महाराज वो भी तेरे नाम नूं जपदा है और वो भी तेनू आराधदा है। जरम करम मछ कश हूब राहा। महाराज जन्म जन्म लेना और कर्म और करने महाराज मछ। महाराज तू मछ अवतार धार के कर्म कीते संसार अंदर। महाराज तू मछ अवतार रूप भी धारिया
ਤੇ ਕੱਛ ਕੱਛੂ ਕੁੰਮਾ ਹੋ ਕੇ ਜਦੋਂ ਦੇਵਤਿਆਂ ਨੇ ਤੇ ਦੈਂਤਾਂ ਨੇ ਖੀਰ ਸਮੁੰਦਰ ਰਿੜਕਿਆ ਨਾ, ਤੇ ਉਹ ਮੰਦਰਾਚਲ ਪਹਾੜ ਦਾ ਜਿਹੜਾ ਮਧਾਣਾ ਬਣਾ ਕੇ ਪਾਇਆ ਸੀ ਨਾ, ਮਧਾਣੀ, ਤੇ ਉਹ ਥੱਲੇ ਰੁਕਦੀ ਨਹੀਂ ਸੀ। ਫਿਰ ਉਦੋਂ ਇਹ ਕੱਛ ਅਵਤਾਰ ਧਾਰਿਆ, ਉਦੋਂ ਉਹਦੇ ਥੱਲੇ ਆਪਣੀ ਪਿੱਠ ਲਾਈ। ਕੱਛੂ ਕੁੰਮੇ ਦੀ ਪਿੱਠ ਕਰੜੀ ਹੁੰਦੀ ਆ, ਉਹਨੂੰ ਖਿਲਾਰਨ ਵਾਸਤੇ ਪਿੱਠ ਲਾਈ, ਉਹ 'ਚ ਰੇੜਕਾ ਪਿਆ, ਉਹ 'ਚੋਂ ਫਿਰ 14 ਰਤਨ ਨਿਕਾਲਿਓ ਨਾ, ਔਰ 14 ਰਤਨ ਫੇਰ ਪ੍ਰਗਟ ਹੋਏ। ਨਹੀਂ ਤੇ ਉਹ ਮਧਾਣੀ ਜੀ ਥੱਲੇ ਡੁੱਬ ਜਾਂਦੀ ਸੀ ਪਾਣੀ ਵਿੱਚ। ਮਹਾਰਾਜ ਤੂੰ ਇਹ ਕਰਮ ਕੀਤੇ ਔਰ ਉਸ ਰੂਪ ਅੰਦਰ, ਤੇ ਫਿਰ ਮਹਾਰਾਜ ਔਰ ਆ ਕੇ ਬਰਾਹਾ, ਜਿਹੜਾ ਬਰਾਹਾ ਅਵਤਾਰ ਵੀ ਹੋਣਾ ਕੀਤਾ ਹੈ, ਵਿਸ਼ਨੂੰ ਦੇ ਅਵਤਾਰ ਮੰਨੇ ਗਏ। ਔਰ ਉਸ ਵੇਲੇ ਜਦੋਂ 24 ਅਵਤਾਰਾਂ ਬਾਰੇ ਅਸੀਂ ਪੜ੍ਹਦੇ, ਉਦੋਂ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ। ਔਰ ਇਹ ਬਰਾਹਾ ਰੂਪ ਜਿਹੜਾ ਹੈ, ਇਹ ਵੀ ਤੂੰ ਧਾਰਨਾ ਕੀਤਾ। ਬਰਾਹ ਨਾਮ ਸੂਰਜ ਦਾ ਹੈ, ਔਰ ਉਹ ਰੂਪ ਵੀ ਤੂੰ ਧਾਰਨਾ ਕੀਤਾ ਕਿ ਜਦੋਂ ਧਰਤੀ ਆਦਿ ਨੂੰ, ਔਰ ਉਹ ਲੈ ਗਿਆ ਸੀ ਸੰਖਾਸੁਰ ਅਰਗੇ, ਔਰ ਉਹ ਜਾ ਕੇ ਉਹਦੇ ਨਾਲ ਯੁੱਧ ਕਰਕੇ ਉਹਨੂੰ ਕੱਢ ਕੇ ਲਿਆਉਣਾ ਕੀਤਾ। ਮਹਾਰਾਜ ਤੂੰ ਉਹਦਾ ਨਸ਼ਟ ਕੀਤਾ, ਉਹਦਾ ਖਾਤਮਾ ਕੀਤਾ, ਉਹ ਰੂਪ ਧਾਰਨ ਕਰਕੇ। ਮਹਾਰਾਜ ਸੱਚੀ ਸਰਕਾਰ ਔਰ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗੇਂਦ ਜੀਓ। ਮਹਾਰਾਜ ਜਮਨਾ ਦੇ ਕਿਨਾਰੇ, ਔਰ ਗੇਂਦ ਮੈਣਾ ਦਾ ਗੇਂਦ, ਗੇਂਦ ਦਾ ਬਹਾਨਾ ਬਣਾ ਕੇ ਖੇਲ ਖੇਲਿਆ। ਕਿੰਨੇ? ਸ੍ਰੀ ਕ੍ਰਿਸ਼ਨ ਜੀ ਨੇ। ਤੇ ਕਿਉਂ? ਉਹ ਗੇਂਦ ਜਮਨਾ ਦੇ ਵਿੱਚ ਡਿੱਗੀ, ਤੇ ਜਮਨਾ ਦੇ ਵਿੱਚ ਕਾਲੀ ਨਾਗ ਸੀਗਾ, ਔਰ ਕਾਲੀ ਨਾਗ ਦਾ ਖਾਤਮਾ ਕੀਤਾ, ਉਹਨੂੰ ਭਜਾਇਆ। ਉਹ ਪਾਣੀ ਵਿਸ਼ੈਲਾ ਕੀਤੀ ਜਾਂਦਾ ਸੀ, ਪੀਣ ਵਾਲੇ ਪਸ਼ੂ ਪੰਛੀ ਸਾਰੇ ਮਰਦੇ ਸਨ। ਉਹਦੀ ਹਉਮੈ ਕੀਤੀ, ਮਾਰਿਆ ਨਹੀਂ, ਉਹਨੂੰ ਕਹਿ ਦਿੱਤਾ ਤੂੰ ਨੱਸ ਜਾ ਹਰਾ ਕੇ, ਉਹਨੂੰ ਵੀ ਭਜਾਇਆ। ਮਹਾਰਾਜ ਕੋਈ ਦੂਜਾ ਨਹੀਂ, ਇਹ ਤਾਂ ਤੇਰੇ ਹੀ ਕਰਮ ਨੇ, ਤੂੰ ਹੀ ਕਰ ਸਕਦਾ ਹੈ। ਭਲਾ ਕੁਨ ਸੰਸਾਰ ਦੇ ਜੀਵਾਂ ਤੋਂ ਤਾਂ ਬੁਰਾ ਕਰਾ ਲਓ, ਭਲਾ ਕੁਨ ਬਿਰਤੀ ਜਦੋਂ ਹੁੰਦੀ ਆ, ਉਦੋਂ ਤੇਰੀ ਕਿਰਪਾ ਹੋਵੇ ਤੇ ਤਾਂ ਹੀ ਹੋ ਸਕਦੀ ਆ, ਤੇਰੀ ਕਿਰਪਾ ਤੋਂ ਬਗੈਰ ਨਹੀਂ। ਔਰ ਨਾਮ ਸਾਰ ਹੀ ਇਹ ਧਾਰ ਤਜ ਬੇਕਾਰ ਮਨ ਗਿਆੰਦ। ਕਹਿਣ ਲੱਗੇ ਜਿਹੜਾ ਨਾਮ ਸਾਰਿਆਂ ਤੋਂ ਸਰੇਸ਼ਟ ਆ ਨਾ, ਸਾਰੀ ਗੱਲ ਕਰਕੇ ਭੱਟ ਗਿਆੰਦੇ, ਗਿਆੰਦ ਭੱਟ ਜਿਹੜਾ ਹੈ ਇਹ ਬਚਨ ਕਰਦਾ ਹੈ, ਉਚਾਰਨ ਕਰਦਾ ਹੈ। ਕਹਿਣ ਲੱਗਾ ਦੁਨੀਆ ਦੇ ਲੋਕੋ, ਇਹ ਸਾਰੇ ਮਜ਼ਬੂਨ ਵਿੱਚ ਜਿੰਨੀ ਗੱਲ ਕੀਤੀ, ਕਹਿੰਦੇ ਇਹਨਾਂ ਚੋਂ ਸਾਰ ਸਰੇਸ਼ਟ ਗੱਲ ਇਹ ਆ ਨਾਮ। ਨਾਮ ਨੇ ਭਗਵਾਨ ਬਣਾ ਦੇਣਾ ਤੁਹਾਨੂੰ, ਤੇ ਲੋਕ ਤੁਹਾਡਾ ਪੂਜਨ ਕਰਨਗੇ। ਔਰ ਜਿਹੜੇ ਅਦ ਦੇਵਤਿਆਂ ਦੀ ਪੂਜਾ ਹੁੰਦੀ ਆ ਨਾ, ਇਹ ਭਲੇ ਲੋਕ ਸਨ, ਇਹ ਨਹੀਂ ਕਿ ਧੂਣੇ ਲਾ ਕੇ ਬੈਠੇ ਸਨ, ਇਹ ਭਲੇ ਕੰਮ ਕਰਨ ਵਾਲੇ ਲੋਕ ਸਨ। ਤੇ ਜਿਹੜਾ ਭਲਾ ਬੰਦਾ ਹੋਵੇ ਨਾ, ਚੰਗਾ ਹੋਵੇ, ਦੇਸ਼ ਲਈ, ਕੌਮ ਲਈ, ਨਗਰ ਲਈ ਚੰਗੀ ਗੱਲ ਕਰੇ, ਉਹਦਾ ਲੋਕ ਫਿਰ ਜਸ ਗਾਉਂਦੇ ਆ। ਔਰ ਜੇ ਯੁੱਧ ਦਾ ਜਤਈਆ ਹੋਵੇ ਢਾਡੀ, ਫਿਰ ਉਹਦੀਆਂ ਵਾਰਾਂ ਬਣਾ ਕੇ ਗਾਉਂਦੇ ਨੇ। ਪਿੱਛੇ ਯੋਧਿਆਂ ਦੀਆਂ ਬੜੀਆਂ ਵਾਰਾਂ ਮਿਲ ਜਾਂਦੀਆਂ ਨੇ, ਔਰ ਉਹਦੀਆਂ ਵਾਰਾਂ ਗਾਉਂਦੇ ਆ। ਔਰ ਜੇ ਚੰਗਾ ਬੰਦਾ ਨਗਰ ਲਈ ਹਤੈਸ਼ੀ ਹੋਵੇ, ਔਰ ਲੋਕ ਉਹਦਾ ਜਸ ਗਾਉਂਦੇ, ਯਾਰੋ ਆ ਬੰਦਾ ਨਹੀਂ ਸੀ ਜਾਣਾ ਚਾਹੀਦਾ ਸੰਸਾਰ ਤੋਂ, ਔਰ ਇਹ ਬੰਦੇ ਨੇ ਬਹੁਤ ਕੁਝ ਕੀਤਾ ਹੈ ਨਗਰ ਵਾਸਤੇ। ਜਿਹੜਾ ਬੰਦਾ ਆਪਣੇ ਘਰ ਪਰਿਵਾਰ ਲਈ ਕਰ ਜਾਂਦਾ ਹੈ, ਪਿੱਛੋਂ ਪਰਿਵਾਰ ਉਹਦੇ ਨਾਂ ਤੇ ਔਰ ਦਿਨ ਮਨਾਉਂਦਾ ਰਹਿੰਦਾ, ਕਿਉਂਕਿ ਇਹਨੇ ਸਾਡੇ ਲਈ ਬਹੁਤ ਕੁਝ ਕੀਤਾ। ਜਿਹੜਾ ਨਗਰ ਲਈ ਕਰਦਾ ਹੈ, ਨਗਰ ਵਾਲੇ ਉਹਦਾ ਪਿੱਛੋਂ ਯਾਦ ਮਨਾਉਂਦੇ, ਤੇ ਉਹਨੂੰ ਯਾਦ ਕਰਦੇ ਰਹਿੰਦੇ ਇਕੱਠੇ ਹੋ ਕੇ। ਇਹੋ ਜਿਹੇ ਬੰਦਿਆਂ ਦੀ ਲੋੜ ਹੈ ਸਿੱਖਿਆ ਤੇ ਚੱਲੋ। ਪਰਿਵਾਰ ਵਾਲੇ ਉਹਨੂੰ ਯਾਦ ਕਰਦੇ, ਜਿਹੜਾ ਸਮੁੱਚੇ ਰਾਸ਼ਟਰ ਲਈ ਕਰ ਲੈਂਦਾ ਹੈ, ਔਰ ਕੌਮ ਦਾ ਸਿਤਾਰਾ ਬਣ ਜਾਂਦਾ ਹੈ। ਕੌਮ ਉਹਨੂੰ ਯਾਦ ਕਰਦੀ ਰਹਿੰਦੀ ਏ। ਮਹਾਰਾਜ ਕਹਿੰਦੇ ਔਰ ਸਰਬੋਤਮੇ ਪ੍ਰਭੂ ਦਾ ਨਾਮ ਸਾਰਿਆਂ ਵਿੱਚੋਂ ਨਾਮ ਜਪੋ, ਇਹ ਸਾਰੇ ਗੁਣ ਤੁਹਾਡੇ ਵਿੱਚ ਵੀ ਆ ਜਾਣਗੇ। ਭਗਵਾਨ ਪ੍ਰਗਟ ਹੋ ਜਾਏਗਾ ਤੁਹਾਡੇ ਵਿੱਚ, ਭਗਵਾਨ ਦੇ ਗੁਣ ਤੁਹਾਡੇ ਵਿੱਚ ਆ ਜਾਣਗੀਆਂ। ਉਹ ਦਾਤਾਂ ਬਖਸ਼ਾਂ ਔਰ ਨਾਮ ਸਾਰ ਹੀਏ ਧਾਰ, ਇਹਨੂੰ ਹਿਰਦੇ ਵਿੱਚ ਧਾਰ। ਤੇ ਨਾਲ ਕੀ ਕਰ, ਜਿੱਥੇ ਨਾਮ ਧਾਰਨਾ ਹੀ ਤਜ ਬੇਕਾਰ, ਜਿਹੜੇ ਬੇਕਾਰ ਵਿਅਰਥ ਗੱਲਾਂ ਨੇ, ਵਿਅਰਥ ਵਿਚਾਰ ਨੇ, ਵਿਅਰਥ ਫੁਰਨੇ ਨੇ, ਵਿਅਰਥ ਪਾਸੇ ਜਾਣਾ ਹੈ, ਉਹਨਾਂ ਨੂੰ ਸਾਰਿਆਂ ਨੂੰ ਛੱਡ, ਮਨ ਦੇ ਵਿੱਚੋਂ ਖਤਮ ਕਰ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਭੱਟ ਸਾਹਿਬਾਨ ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਸਤਿਗੁਰੂ ਅਮਰਦਾਸ ਮਹਾਰਾਜ,
और गोबिंद दा रूप सरगुण। गुरु रामदास महाराज किरपा करो नाम साडी झोली विच पाओ। ये किरपा कीती साडे उपर भट्ट साहिबान ने, बेअंत भट्ट ने सानू ये माजरा समझाया है। धन गुरु ग्रंथ साहिब महाराज दे अंदर 13 वार तकरीबन 13 वार, मैं तकरीबन शब्द वरत्या, कोई एक इधर उधर भी हो सकता है, 13 वार वाहिगुरु शब्द आया है भट्टां ने वरत्या, ते 3 वार सिहारी रहत वाहगुरु शब्द आया है। और बाणी दे अंदर और कई वेरना कई सज्जन आके पूछन लग जाते जी दसो वाहिगुरु मंत्र च ताकत ज़्यादा है कि मूल मंत्र च? मैं कहा तू कुश्ती कराउणी है, तू जपना है जप, और जेड़ा जपेगा भला हो जाएगा। और एवें वाद विवाद विच ना पिया करिए, जपो ता एको नामा। मूल मंत्र जप लओगे गुरबाणी जे, वाहिगुरु मंत्र जप लओगे तो गुरता गद्दी दा भी मालक जे, और गुरु गुरु जप लओगे वो भी गुरु, गुरु जप मीत हमारे, गुरता गद्दी ओदे कोल भी। बाणी दा कोई शब्द पढ़ लओगे गुरता गद्दी ओदे कोल भी जे। पंज प्यारे सानू जिवें विधि पूर्वक दसदे आ उवें असीं नितनेम करना, मान मर्यादा विच बरकरार रहना, बाणी बाणे दे धारनी होना है, फिर सुख मिलना ते फिर जीवन सवरना है, फिर ब्रह्म प्रगट होना है। एक तां संसार विचों चंगियां गल्लां चंगे गुण दुश्मन तो भी मिल जाण ते इकट्ठे कर लो, और माड़ियां गल्लां अवगण गुनाह अपने सके सोदरियां दे भी होण ना ते वो भी छड्ड दिओ, उन्हां नूं ग्रहण ना करो। फिर साडा भला होना जे ते फिर संसार दा भला होना जे। पहलां असीं अपना भला करिए ते अपने परिवार दा, फिर गुरु दी किरपा होवेगी। सतगुरु दे चरनां विच अरदास करिया करिए, प्रभु तेरी किरपा तो बगैर नहीं हो सकदा, तेरी किरपा है तां ही असीं इकट्ठे होके तेरी संगत रूप च तेरी हजूरी विच पहुँचदे हां, नहीं तो किन्ना भदौड़ वसदा ते आपां नूं पता ना गिनती दी आपां संगत जिहड़ी रोज़ आउण वाली है वही आउणे आ। किन्ने फिर अपने थोड़ा जिहा होर नेड़े चल जाओ अपने परिवार च, किन्ने जी ने जिन्हां नूं अंमृत वेले गुरु की संगत गुरु दे बचन सुन नसीब हुंदा है, उन्हां विचों भी साडे चंगे भागे, उन्हां विचों भी सारे नगर विचों अकाल पुरख वाहिगुरू ने तुहाडे ते बख्शिश कीती। रोज दीदार करदे, बाणी पढ़दे हो और गुरु गुरु जपदे, गुरु गुरु सुनदे हो, समा उहदी याद विच गुजारदे हो जिन्हें तुहानूं संसार विच समा दिता है। तुहाडे परिवार विचों तुसीं जिहड़े एक विशेष हो जिन्हां ते गुरु दी किरपा चल के आउंदे, इहनूं हौमे ना बन दिया जे, शुक्र करिया जे महाराज तेरा शुक्र है, तेरी नदर है तां ही सानूं अपने वल नूं लैके जाना है। आपां नूं उही रिश्तेदार सददा है ना जिन्हों आपां चेते होईए, ते गुरु भी उन्होंने सददा जिन्हों जिहड़ा गुरु नूं चेते करदा होवे ते गुरु नाल प्यार होवे। कहंदे ना मेरा एक मित्र है उन्होंने भी एक कार्ड देवीं यार घरे समागम आ, और वो मेरा मित्र है उन्होंने जरूर बुलाउणा है, उन्होंने नहीं भावें थोड़िया च होवे भावें बहुलिया। सतगुरु दी संगत जी ये निगाह है, जिहड़े गुरु घर वाल नूं आउणे हो, गुरु गुरु जपने हो ना, जिन्ने भी आप आने हो और सारिਆਂ ते गुरु की किरपा है, तो गुरु का शुकराना अदा करया करो। जब सानू नमाणिया नू सतगुरु मान बख्श दे, अपने घर विच बुलाउंदे ते बिठाउंदे ने, साडे तो कराउंदे कुछ नहीं, ते उल्टा असीं उन्हें तो मंगदे आ, साडियां झोलियां भर दिंदे है। बेअंत भुल्लां दी खिमा करिया जे, और सतगुरु दे बचन जान के गुरु की संगत हिरदियां च वसावने। दास नूं गुरु की संगत दा गुरु दर दा कुकर जान के बेअंत भुल्लां दी खिमा करनी, इन्नियां को बेनतियां प्रवान करनियां। अरदास अंदर शामिल होइए। वाहिगुरु जी का खालसा, वाहिगुरु जी की फतेह।